ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤਰੀ ਮਹੱਲਾ ਪੰਜਵਾਂ। ਆਏ ਅਨਕ ਜਨਮ ਭ੍ਰਮ ਸਰਣੀ, ਉਧਾਰ ਦੇਹ ਅੰਧ ਕੂਪ ਤੇ, ਲਾਵੋ ਆਪਣੀ ਚਰਣੀ। ਆਏ ਅਨਕ ਜਨਮ ਭ੍ਰਮ ਸਰਣੀ, ਉਧਾਰ ਦੇਹ ਅੰਧ ਕੂਪ ਤੇ, ਲਾਵਹ ਆਪਣੀ ਚਰਣੀ। ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹਾ, ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਧਰਣੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਧਰਣੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਹਨ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ, ਅੱਜ ਦੇ ਹੁਕਮਨਾਮੇ ਸਾਹਿਬ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਜੈਤ ਸ੍ਰੀ ਰਾਗ ਦੇ ਵਿੱਚ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਗਾਇਨਾ ਹੈ। ਅਗਰ ਕੋਈ ਰਾਗੀ ਜਨ, ਕੋਈ ਗਾਇਕ ਜਨ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਰਾਗਾਂ ਦੇ ਵਿੱਚ ਰਾਗ ਗਾਇਨਾ ਕਰਨੀ ਚਾਹਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ, ਰਾਗ ਜੈਤ ਸ੍ਰੀ ਹੈ। ਮਹੱਲਾ ਪੰਜਵਾਂ ਦਾ ਅਰਥ ਹੈ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ, ਜਿੱਥੋਂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਨਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ੁਭ ਅੰਗ ਨੰਬਰ 702 ਹੈ, ਜਿੱਥੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਈਮਾਨ ਨੇ। ਆਏ ਅਨਕ ਜਨਮ ਪਰਮ ਸਰਣੀ, ਉਧਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ। ਰਹਾਓ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਹਿਲੀ ਮੁਬਾਰਕ ਪੰਕਤੀ ਔਰ ਪਹਿਲੀ ਹੀ ਪਵਿੱਤਰ ਪੰਕਤੀ ਦਾ ਸੰਬੰਧ ਰਹਾਓ ਦੇ ਨਾਲ ਹੈ। ਰਹਾਓ ਕੇਂਦਰੀ ਭਾਵ ਹੈ। ਕੇਂਦਰੀ ਭਾਵ ਜਿਸ ਨੂੰ ਅੰਗਰੇਜ਼ੀ ਵਿੱਚ ਆਪਾਂ ਸੈਂਟਰਲ ਆਈਡੀਆ ਕਹਿੰਦੇ ਹਾਂ ਜਾਂ ਥੀਮ ਕਹਿੰਦੇ ਹਾਂ, ਭਾਵ ਜਿਹੜੀ ਗੱਲ ਸਤਿਗੁਰਾਂ ਨੇ ਕਹਿਣੀ ਹੈ, ਕਰਨੀ ਹੈ, ਉਹ ਰਹਾਓ ਦੀ ਮੁਬਾਰਕ ਪੰਕਤੀ ਦੇ ਵਿੱਚ ਕਰ ਦਿੱਤੀ ਜਾਂਦੀ ਹੈ, ਕਹਿ ਦਿੱਤੀ ਜਾਂਦੀ ਹੈ। ਬਾਕੀ ਦੀਆਂ ਮੁਬਾਰਕ ਪੰਕਤੀਆਂ ਉਸ ਗੱਲ ਦੀ ਪ੍ਰੋੜਤਾ ਜਾਂ ਉਸ ਗੱਲ ਨੂੰ ਸਮਝਾਉਣ ਦੇ ਲਈ ਨੇ। ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ
ਇੱਕ ਅੰਧੇ ਖੂਹ ਦੇ ਵਿੱਚੋਂ, ਇੱਕ ਅੰਨੇ ਖੂਹ ਦੇ ਵਿੱਚੋਂ ਕੱਢਣ ਦੀ ਗੱਲ ਸਮਝਾਈ ਹੈ। ਅੰਨਾ ਖੂਹ ਕਿਹੜਾ ਹੈ ਔਰ ਉਸ ਦੇ ਵਿੱਚੋਂ ਕੱਢੇਗਾ ਕੌਣ? ਗੱਲ ਸਮਝਣ ਵਾਲੀ ਇਹ ਹੈ। ਔਰ ਉਸ ਅਵਸਥਾ ਦੇ ਵਿੱਚ, ਜਿਸ ਅਵਸਥਾ ਦੇ ਵਿੱਚ ਕੱਢੇ ਜਾਣ ਦੀ ਇੱਕ ਵਿਧੀ ਹੈ, ਇੱਕ ਤਰੀਕਾ ਹੈ, ਔਰ ਉਹ ਤਰੀਕਾ, ਉਹ ਵਿਧੀ ਮੈਨੂੰ ਆਉਂਦੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਗਿਆਨ ਦੇ ਧਿਆਨ ਦੇ ਰਾਹੀਂ, ਕਰਮਾਂ ਦੇ ਰਾਹੀਂ ਮੈਂ ਇਸ ਅੰਨੇ ਖੂਹ ਦੇ ਵਿੱਚੋਂ ਬਾਹਰ ਨਿਕਲ ਸਕਦਾ ਸੀ, ਨਿਕਲ ਸਕਦਾ ਹਾਂ, ਪਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਇਹ ਤਾਂ ਮੈਨੂੰ ਆਉਂਦਾ ਹੀ ਨਹੀਂ, ਮੈਂ ਜਾਣ ਹੀ ਨਹੀਂ ਸਕਿਆ। ਇਸ ਤੋਂ ਇਲਾਵਾ ਮੇਰੀ ਕਰਨੀ ਵੀ ਨਿਰਮਲ ਨਹੀਂ ਹੋ ਸਕੀ, ਨਾ ਹੀ ਨਿਰਮਲ ਕਰਨੀ। ਅਸਲ ਦੇ ਵਿੱਚ ਗੁਰਸਿੱਖ ਦਾ ਕਰਮ ਸ਼ੁਰੂ ਹੀ ਨਿਰਮਲ ਕਰਨੀ ਤੋਂ ਹੁੰਦਾ ਹੈ, ਕਿਉਂਕਿ ਸਤਿਗੁਰਾਂ ਨੇ ਜਿਹੜੀ ਧਰਮ ਦੀ ਪਰਿਭਾਸ਼ਾ ਸਾਨੂੰ ਦੱਸੀ ਹੈ, ਉਸ ਦੇ ਵਿੱਚ ਪਾਤਸ਼ਾਹ ਨੇ ਗੱਲ ਜਿਹੜੀ ਸਾਨੂੰ ਸਮਝਾਈ ਹੈ ਉਹ ਇਹ ਹੈ ਕਿ ਧਰਮ ਦੀ ਪਰਿਭਾਸ਼ਾ ਮੈਂ ਦੱਸਾਂਗਾ ਤੈਨੂੰ, ਚੁਣਨਾ ਅੱਗੋਂ ਤੇਰਾ ਕੰਮ ਹੈ। ਸਤਿਗੁਰ ਕਹਿੰਦੇ ਨੇ, ਮੈਂ ਇਹ ਨਹੀਂ ਕਹਿੰਦਾ ਕਿ ਤੂੰ ਸਿੱਖ ਦੇ ਘਰ ਜਨਮ ਲੈ ਔਰ ਫਿਰ ਸਿੱਖ ਹੋ। ਮੈਂ ਕਹਿੰਦਾ ਕਿ ਤੂੰ ਸਿੱਖ ਹੋ, ਜਨਮ ਕਿੱਥੇ ਵੀ ਹੋਵੇ ਉਸ ਦੇ ਨਾਲ ਕੋਈ ਫਰਕ ਨਹੀਂ ਪਏਗਾ। ਬਹੁਤ ਫਰਕ ਪਏਗਾ ਅਗਰ ਮਨੁੱਖ ਸਿੱਖ ਨਾ ਬਣ ਸਕਿਆ ਤਾਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਿੱਖ ਦੇ ਘਰ ਜਨਮ ਲੈ ਕੇ ਵੀ ਕੋਈ ਸਿੱਖ ਬਣ ਸਕੇ। ਦਾਅਵਾ ਕੋਈ ਕਰ ਸਕਦਾ ਜੀ ਮੈਂ ਸਿੱਖਾਂ ਦੇ ਘਰ ਜਨਮ ਲਿਆ ਇਸ ਕਰਕੇ, ਪਰ ਜਿਹੜਾ ਮਨ ਬਚਨ ਔਰ ਕਰਮ ਕਰਕੇ ਅਸ਼ੁਭ ਹੈ, ਅਸ਼ੁੱਧ ਹੈ, ਉਸ ਨੂੰ ਆਪਾਂ ਸਿੱਖ ਕਿਵੇਂ ਕਹਿ ਸਕਦੇ ਹਾਂ? ਉਹ ਕਦੀ ਸਿੱਖ ਹੋ ਹੀ ਨਹੀਂ ਸਕਦਾ, ਦਾਅਵਾ ਕਰ ਸਕਦਾ ਹੈ। ਤਾਂ ਸਤਿਗੁਰ ਜਿਹੜੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਉਹ ਕੇਵਲ ਇਹ ਹੈ ਕਿ ਮੈਂ ਤੈਨੂੰ ਇੱਕ ਪਰਿਭਾਸ਼ਾ ਦੱਸਦਾ ਹੈ ਔਰ ਤੂੰ ਦੇਖ ਕਿ ਤੂੰ ਉਸ ਪਰਿਭਾਸ਼ਾ ਉੱਪਰ ਖਰਾ ਉਤਰ ਸਕੇ, ਜਾਂ ਫਿਰ ਜੇ ਤੂੰ ਸਿੱਖ ਦੇ ਘਰ ਜਨਮ ਨਹੀਂ ਲਿਆ ਤਾਂ ਕੀ ਤੂੰ ਧਰਮ ਦੀ ਚੋਣ ਕਿਵੇਂ ਕਰਨੀ? ਮਨੁੱਖ ਜਿਸ ਵਕਤ ਜਨਮਦਾ ਹੈ ਉਸ ਦੇ ਨਾਲ ਹੀ ਇੱਕ ਚੋਣ ਸ਼ੁਰੂ ਹੋ ਜਾਂਦੀ ਹੈ, ਚੁਣਾਵ ਜਿਹਨੂੰ ਆਪਾਂ ਕਹਿੰਦੇ ਹਾਂ। ਭਾਵ ਜਿਵੇਂ ਜਨਮਣ ਤੋਂ ਪਹਿਲਾਂ ਹੀ ਮਾਤ ਔਰ ਪਿਤਾ ਉਸ ਦੇ ਨਾਮ ਦੀ ਚੋਣ ਕਰਦੇ ਨੇ ਕਿ ਕੀ ਇਸ ਦਾ ਨਾਮ ਹੋਵੇ। ਔਰ ਖਿਮਾ ਕਰਨੀ, ਅੱਜ ਕੱਲ੍ਹ ਤਾਂ ਡਾਇਰੈਕਟਰੀਆਂ ਬਣ ਗਈਆਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਦਾ ਨਾਮ ਜਾਂ ਬੱਚੀ ਦਾ ਨਾਮ ਤੁਸੀਂ ਰੱਖਣਾ ਹੋਵੇ ਤਾਂ ਚੁਣ ਸਕਦੇ ਹੋ ਕਿ ਇਸ ਨਾਮ ਦਾ ਅੱਖਰ ਨਿਕਲਿਆ ਜਾਂ ਨਾ ਵੀ ਇਹ ਨਾਮ ਰੱਖਿਆ ਜਾ ਸਕਦਾ। ਕਿੰਨੇ ਹੀ ਨਾਮ ਉਹਦੇ ਵਿੱਚ ਦਿੱਤੇ ਜਾਂਦੇ ਨੇ। ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗਲੇ, ਕਿਉਂਕਿ ਚੰਗਾ ਹੀ ਨਾਮ ਰੱਖਣਾ ਚਾਹੁੰਦੇ ਹਾਂ। ਇਸ ਕਰਕੇ ਚੰਗਾ ਨਾਮ ਰੱਖਣ ਦੇ ਲਈ ਚੋਣ ਕੀਤੀ ਜਾਂਦੀ ਹੈ ਕਿ ਕੀ ਨਾਮ ਹੋਵੇ। ਹਲੇ ਬੱਚਾ ਜਨਮਿਆ ਵੀ ਨਹੀਂ, ਮਾਤਾ ਪਿਤਾ ਉਸ ਦੇ ਨਾਮ ਦੀ ਚੋਣ ਕਰਨੀ ਸ਼ੁਰੂ ਕਰ ਦਿੰਦੇ ਨੇ। ਬੱਚਾ ਜਨਮਦੇ ਆਏ ਤਾਂ ਫਿਰ ਇੱਕ ਚੋਣ ਹੋਰ ਹੈ ਕਿ ਕਿਹੜਾ ਚੰਗਾ ਸਕੂਲ ਹੈ। ਇਸ ਦੇ ਲਈ ਚੋਣ ਫਿਰ ਉੱਥੇ ਹੀ ਹੈ, ਕਿਸ ਸਕੂਲ ਵਿੱਚ ਪਾਇਆ ਜਾਏ ਜਿਹੜਾ ਸਕੂਲ ਇਸ ਦੇ ਲਈ ਚੰਗਾ ਹੈ। ਗ੍ਰਾਮਰ ਸਕੂਲ ਚੰਗਾ ਹੋ ਸਕਦਾ, ਇਹਦੇ ਲਈ ਫਲਾਣਾ ਸਕੂਲ ਚੰਗਾ ਹੋ ਸਕਦਾ। ਫਿਰ ਚੰਗੇ ਸਕੂਲ ਦੀ ਚੋਣ ਹੈ। ਸਕੂਲ ਦੇ ਵਿੱਚ ਐਂਟਰ ਕੀਤਾ ਤਾਂ ਸਬਜੈਕਟਸ ਦੀ ਚੋਣ ਹੈ, ਕਿਹੜੇ ਵਿਸ਼ੇ ਕਿਹੜੇ ਸਬਜੈਕਟ ਲਵੇ, ਕਿਉਂਕਿ ਅੱਗੇ ਚੱਲ ਕੇ ਇਹਨੇ ਡਾਕਟਰ ਬਣਨਾ, ਅੱਗੇ ਚੱਲ ਕੇ ਇਹਨੇ ਇੰਜੀਨੀਅਰ ਬਣਨਾ। ਫਿਰ ਚੋਣ ਹੈ ਤਾਂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਜਾਂ ਵਪਾਰੀ ਬਣਨਾ। ਫਿਰ ਚੋਣ ਹੈ ਕੀ ਬਣਨਾ ਚਾਹੁੰਦਾ, ਨੌਕਰੀ ਕਰਨਾ ਚਾਹੁੰਦਾ ਜਾਂ ਆਪਣਾ ਵਪਾਰ ਖੋਲ੍ਹਣਾ ਚਾਹੁੰਦਾ। ਫਿਰ ਚੋਣ ਹੈ ਜੇ ਨੌਕਰੀ ਕਰਨੀ ਹੈ ਤਾਂ ਕਿਸ ਕਿਸਮ ਦੀ ਕਰਨੀ ਹੈ। ਫਿਰ ਚੋਣ ਹੈ ਜੇ ਵਪਾਰ ਕਰਨਾ ਤਾਂ ਕਿਹੜਾ ਵਪਾਰ ਕਰਨਾ। ਫਿਰ ਚੋਣ ਹੈ ਇਸਤਰੀ ਨੂੰ ਪਤੀ ਚਾਹੀਦਾ, ਪਤੀ ਨੂੰ ਪਤਨੀ ਚਾਹੀਦੀ। ਫਿਰ ਚੋਣ ਹੈ ਕਿਸ ਤਰ੍ਹਾਂ ਦਾ ਖਾਨਦਾਨ ਹੋਵੇ, ਕਿਸ ਤਰ੍ਹਾਂ ਦੀ ਬਰਾਦਰੀ ਹੋਵੇ। ਫਿਰ ਚੋਣ ਹੈ ਹਰ ਕਦਮ ਉੱਪਰ ਇੱਕ ਚੋਣ ਹੈ। ਤਾਂ ਫਿਰ ਖਿਮਾ ਕਰਨੀ, ਧਰਮ ਦੇ ਵਿੱਚ ਚੋਣ ਕਿਉਂ ਨਹੀਂ ਮਨੁੱਖ ਧਰਮ ਦੇ ਵਿੱਚ ਆਪਣੀ ਚੋਣ ਕਰਦਾ? ਇਸ ਕਰਕੇ ਸਤਿਗੁਰ ਕਹਿੰਦੇ ਨੇ ਜਿਸ ਘਰ ਦੇ ਵਿੱਚ ਤੂੰ ਜਨਮ ਲੈ ਉਸ ਤੋਂ ਬਾਅਦ ਸੋਚ। ਮੈਂ ਤੈਨੂੰ ਕੇਵਲ ਧਰਮ ਦੀ ਪਰਿਭਾਸ਼ਾ ਦੱਸ ਦਿੰਦਾ ਕਿਉਂਕਿ ਤੂੰ ਬਾਕੀ ਕੰਮਾਂ ਦੀ ਸੋਚ ਕੇ ਚੋਣ ਕੀਤੀ ਹੈ। ਤੂੰ ਕਿਸੇ ਵੀ ਘਰ ਵਿੱਚ ਜਨਮਿਆ ਹੋਵੇ, ਹਰ ਚੀਜ਼ ਨੂੰ ਸੋਚ ਕੇ ਚੁਣਿਆ ਹੈ। ਕੰਮ ਤੂੰ ਸੋਚ ਕੇ ਚੁਣਿਆ, ਕੰਮ ਕਿਹੜਾ ਕਰਨਾ ਹੈ, ਵਪਾਰ ਕਿਹੜਾ ਕਰਨਾ ਹੈ, ਸੋਚ ਕੇ ਚੁਣਿਆ। ਕਿਹੜੇ ਵਿਸ਼ੇ ਲੈਣੇ ਨੇ ਇਹ ਸੋਚਿਆ ਤੂੰ। ਆਪਸ਼ਨ ਤੈਨੂੰ ਦਿੱਤੀ ਗਈ, ਜਿਹੜੇ ਤੈਨੂੰ ਚੰਗੇ ਲੱਗੇ ਉਹ ਤੂੰ ਲੈ, ਕਿਉਂਕਿ ਤੂੰ ਉਹੀ ਵਿਸ਼ੇ ਚੁਣੇਗਾ, ਉਹੀ ਸਬਜੈਕਟ ਚੁਣੇਗਾ ਜਿਸ ਦੇ ਵਿੱਚ ਤੈਨੂੰ ਪਤਾ ਹੋਏਗਾ ਕਿ ਇਸ ਦੇ ਵਿੱਚ ਜ਼ਿਆਦਾ ਪ੍ਰਾਪਤੀ ਹੈ, ਜ਼ਿਆਦਾ ਸਫਲਤਾ ਹੈ। ਹਰ ਮਨੁੱਖ ਆਪਣੇ ਅਕੀਦੇ ਦੇ ਮੁਤਾਬਕ, ਆਪਣੇ ਦਿਮਾਗ, ਆਪਣੀ ਸੋਚ ਦੇ ਮੁਤਾਬਕ ਹਰ ਚੀਜ਼ ਦੀ ਚੋਣ ਕਰਦਾ ਹੈ। ਉਸ ਦੀ ਚੋਣ ਸਫਲ ਹੋਵੇ ਇਸ ਕਰਕੇ ਉਹ ਸਲਾਹ ਵੀ ਲੈਂਦਾ ਹੈ, ਮਸ਼ਵਰੇ ਵੀ ਕਰਦਾ ਹੈ, ਕਿਉਂਕਿ ਚੋਣ ਅਸਫਲ ਵੀ ਹੋ ਸਕਦੀ ਹੈ। ਤਾਂ ਸਤਿਗੁਰ ਕਹਿੰਦੇ ਨੇ ਕਿ ਮੈਂ ਤੈਨੂੰ ਇੱਕ ਧਰਮ ਦੀ ਪਰਿਭਾਸ਼ਾ ਦੇ ਦਿੰਦਾ, ਚੋਣ ਤੂੰ ਕਰ ਲੈ, ਚੋਣ ਤੂੰ ਲੈ। ਪਾਤਸ਼ਾਹ ਨੇ ਇਹ ਨਹੀਂ ਕਿਹਾ
ਕਿ ਕਿਹੜਾ ਧਰਮ ਚੰਗਾ ਹੈ, ਕਿਹੜਾ ਮਾੜਾ ਹੈ। ਹਾਂ, ਇਹ ਜ਼ਰੂਰ ਦੱਸ ਦਿੱਤਾ ਹੈ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕਿਉਂਕਿ ਆਪਾਂ ਗੱਲ ਗਿਆਨ ਧਿਆਨ ਕਿਛ ਕਰਮ ਦੀ ਔਰ ਨਾਹਿਨ ਨਿਰਮਲ ਕਰਨੀ ਦੀ ਕਰ ਰਹੇ। ਕਰਮਣੀ ਔਰ ਕਰਮ ਇੱਕ ਹੀ ਨੇ, ਔਰ ਨਿਰਮਲ ਕਰਨੀ ਕਿਹੜੀ ਹੈ? ਕਿਉਂਕਿ ਧਰਮੀ ਪੁਰਖ ਜਿਹੜਾ ਵੀ ਹੈ ਨਾ, ਉਸ ਦੀ ਸੋਚ, ਉਸ ਦਾ ਕਦਮ ਨਿਰਮਲ ਕਰਨੀ ਤੋਂ ਹੀ ਸ਼ੁਰੂ ਹੋਏਗਾ। ਉਹ ਜੰਗ ਦੇ ਮੈਦਾਨ ਦੇ ਵਿੱਚ ਵੀ ਹੈ ਤਾਂ ਵੀ ਉਸ ਦੀ ਕਰਨੀ ਨਿਰਮਲ ਹੈ। ਜੰਗ ਦੇ ਮੈਦਾਨ ਦੇ ਵਿੱਚ ਵੀ ਪਹੁੰਚ ਕੇ ਜੇ ਦੁਸ਼ਮਣ ਧੁੱਪ ਦੇ ਵਿੱਚ ਡਿੱਗਾ ਹੈ ਤੇ ਉਸ ਦੇ ਉੱਪਰ ਢਾਲ ਦੇ ਰਾਹੀਂ ਛਾਂ ਕਰ ਦਿੱਤੀ ਹੈ, ਨਿਰਮਲ ਕਰਨੀ। ਜੰਗ ਦੇ ਮੈਦਾਨ ਦੇ ਵਿੱਚ ਵੀ ਜਿੱਥੇ ਲੋਕ ਕਹਿੰਦੇ ਨੇ ਕਿ ਕਿਸੇ ਤਰੀਕੇ ਨਾਲ ਮਾਰਿਆ ਜਾਵੇ ਇਹਨੂੰ, ਔਰ ਤੜਫ ਰਿਹਾ ਧੁੱਪ ਦੇ ਵਿੱਚ, ਤਾਂ ਤੜਫਣ ਦਿਓ ਇਹਨੂੰ, ਕਿਉਂਕਿ ਉਹ ਨਿਰਮਲ ਕਰਨੀ ਨਹੀਂ ਹੈ। ਦੁਸ਼ਮਣੀ ਜਿਸ ਦੇ ਨਾਲ ਕੱਢਣਾ ਚਾਹੁੰਦਾ ਹੈ ਮਨੁੱਖ, ਉਸ ਨੂੰ ਤੜਫਾਉਣਾ ਵੀ ਚਾਹੁੰਦਾ ਹੈ, ਉਸ ਨੂੰ ਮਾਰਨਾ ਵੀ ਚਾਹੁੰਦਾ ਹੈ। ਕਿ ਉਸ ਰਣ ਦੇ ਮੈਦਾਨ ਨੂੰ ਆਪਾਂ ਦੁਸ਼ਮਣੀ ਦਾ ਮੈਦਾਨ ਕਹਾਂਗੇ, ਜਿੱਥੇ ਧੁੱਪ ਦੇ ਨਾਲ ਸੜਦੇ ਹੋਏ ਪੈਦੇ ਖਾਂ ਨੂੰ ਆਪਣੇ ਢਾਲ ਦੇ ਨਾਲ ਛਾਂ ਦਿੱਤੀ ਜਾ ਰਹੀ ਹੈ। ਗੁਰਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੱਲੋਂ ਨਿਰਮਲ ਕਰਨੀ ਹੈ। ਜੰਗ ਦੇ ਮੈਦਾਨ ਦੇ ਵਿੱਚ ਵੀ ਆਪਣੀ ਕਰਨੀ ਨਹੀਂ ਭੁੱਲੇ। 1 ਮਿੰਟ ਪਹਿਲਾਂ ਸਤਿਗੁਰਾਂ ਦੀ ਪਾਵਨ ਵੱਖੀ ਦੇ ਵਿੱਚ ਖੰਜਰ ਘੋਂਪਿਆ ਜਮਸ਼ੇਦ ਖਾਮ ਨਾਮ ਦੇ ਇੱਕ ਪਠਾਨ ਨੇ, ਔਰ ਪਾਤਸ਼ਾਹ ਨੇ ਪਲਟਵਾਰ ਕੀਤਾ ਔਰ ਕਹਿੰਦਾ ਹਾਏ ਅੰਮਾ, ਔਰ ਸਤਿਗੁਰ ਕਹਿੰਦੇ ਨੇ ਕਿ ਨਹੀਂ ਅੰਮਾ ਨਹੀਂ, ਅੱਲਾ ਕਹੋ, ये अल्लाह कहने का वक़्त है। भाव तू जा रहे हैं संसार तो, अंतकाल परमेश्वर सिमरे, ऐसी चिंता में जो मरे। जा रहे हैं संसार तो, अल्लाह कहे, ये अल्लाह कहने का वक़्त है। निर्मल करनी उथे भी विद्वान है। अन्यथा ਮਨੁੱਖ ਕੀ ਸੋਚਦਾ ਹੈ ਕਿ ਇਹਨੇ 20 ਸਾਲ ਪਹਿਲਾਂ ਮੇਰੇ ਨਾਲ ਆਹ ਕੀਤਾ ਸੀ ਵਤੀਰਾ, ਅੱਜ ਇਹ ਤੜਫ ਰਿਹਾ ਤੇ ਤੜਫਣ ਦਿਓ। ਔਰ 1 ਸਕਿੰਟ 1 ਮਿੰਟ ਪਹਿਲਾਂ ਸਤਿਗੁਰਾਂ ਦੀ ਪਾਵਨ ਵੱਖੀ ਦੇ ਵਿੱਚ ਖੰਜਰ ਭੌਂਕਣ ਵਾਲੇ ਨੂੰ ਵੀ ਸਤਿਗੁਰ ਬਖਸ਼ਣਾ ਚਾਹੁੰਦੇ ਨੇ ਔਰ ਬਖਸ਼ਵਾਉਣਾ ਚਾਹੁੰਦੇ ਨੇ। ਇਸ ਕਰਕੇ ਪਾਤਸ਼ਾਹ ਕਹਿ ਰਹੇ ਨੇ ਅੰਮਾ ਨਹੀਂ ਅੱਲਾ ਕਹੋ, ਇਹ ਨਿਰਮਲ ਕਰਨੀ ਹੈ। ਤਾਂ ਨਿਰਮਲ ਕਰਨੀ ਸਤਿਗੁਰ ਸਾਡੇ ਸੁਭਾਅ ਦੇ ਵਿੱਚ, ਕਿਉਂਕਿ ਪਾਤਸ਼ਾਹ ਸਾਡੇ ਸੁਭਾਅ ਦੇ ਵਿੱਚ ਹੀ ਧਰਮ ਸ਼ਾਮਲ ਕਰਨਾ ਚਾਹੁੰਦੇ ਨੇ। ਕਿਉਂਕਿ ਜਿਸ ਮਨੁੱਖ ਦੇ ਸੁਭਾਅ ਦੇ ਵਿੱਚ ਹੀ ਧਰਮ ਸ਼ਾਮਲ ਹੋ ਗਿਆ, ਫਿਰ ਉਸ ਨੂੰ ਉਸ ਦੀ ਕਰਮ, ਉਸ ਦੀ ਕਰਨੀ ਦੱਸਣ ਦੀ ਲੋੜ ਨਹੀਂ। ਕਿਉਂਕਿ ਧਰਮ ਦੇ ਕਰਮ, ਧਰਮ ਦੀ ਕਰਨੀ ਧਰਮ ਨੂੰ ਪਰਿਵਰਤਿਤ ਹੋਵੇਗੀ, ਔਰ ਧਰਮ ਦਾ ਰਾਹ ਜਿਹੜਾ ਗੁਰਸਿੱਖ ਅਖਤਿਆਰ ਕਰੇਗਾ, ਉਸ ਦੇ ਲਈ ਪਾਤਸ਼ਾਹ ਕਹਿੰਦੇ ਤੂੰ ਚੋਣ ਕਰ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਉੱਤਮ ਧਰਮ ਕਿਹੜਾ, ਇਸ ਦੀ ਤੂੰ ਚੋਣ ਕਰ। ਤੂੰ ਆਪਣਾ ਨਾਮ ਚੁਣਿਆ ਨਾ, ਤੇਰੇ ਮਾਂ ਬਾਪ ਨੇ ਤੇਰਾ ਨਾਮ ਚੁਣਿਆ, ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗਲੇ। ਤੂੰ ਸਕੂਲ ਚੁਣਿਆ, ਸਕੂਲ ਦੇ ਵਿੱਚ ਵਿਸ਼ੇ ਸਬਜੈਕਟ ਚੁਣੇ ਨੇ, ਕਾਲਜ ਚੁਣਿਆ, ਯੂਨੀਵਰਸਿਟੀ ਚੁਣੀ ਹੈ, ਕੰਮ ਚੁਣਿਆ, ਵਪਾਰ ਚੁਣਿਆ, ਕਾਰੋਬਾਰ ਚੁਣਿਆ, ਪਤਨੀ ਚੁਣੀ ਹੈ, ਪਤੀ ਚੁਣਿਆ। ਸਭ ਕੁਛ ਚੋਣ ਦੇਖੋ ਕਿ ਸੰਸਾਰ ਦੇ ਵਿੱਚ ਆਉਣ ਤੋਂ ਬਾਅਦ ਚੋਣ ਹੀ ਚੋਣ, ਔਰ ਚੰਗੀ ਚੋਣ ਕਰਨ ਦੇ ਲਈ ਤੂੰ ਚੰਗੀ ਸਲਾਹ ਵੀ ਲਈ ਹੋਣੀ ਹੈ, ਔਰ ਆਪਣੇ ਵੱਲੋਂ ਚੰਗੀ ਹੀ ਚੋਣ ਕੀਤੀ ਹੋਣੀ। ਪਾਤਸ਼ਾਹ ਕਹਿੰਦੇ ਨੇ ਫਿਰ ਮੈਂ ਵੀ ਤੈਨੂੰ ਇੱਕ ਸਲਾਹ ਦਿੰਦਾ ਕਿ ਤੂੰ ਧਰਮ ਦੀ ਵੀ ਚੋਣ ਕਰ, ਚੋਣ ਕਰ ਲੈ, ਤੂੰ ਚੁਣ ਲੈ, ਔਰ ਚੋਣ ਕਰ ਇੱਕ ਸਰਬ ਸ੍ਰੇਸ਼ਟ ਧਰਮ ਦੀ। ਤੇ ਸ੍ਰੇਸ਼ਟ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰਮ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਨ ਨਿਰਮਲ ਕਰਨੀ। ਤੂੰ ਇੱਕ ਨਿਰਮਲ ਕਰਮ ਔਰ ਇੱਕ ਉੱਤਮ ਧਰਮ ਦੀ ਚੋਣ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ, ਜਿੱਥੇ ਅਕਾਲ ਪੁਰਖ ਦੇ ਨਾਮ ਦੀ ਸਿਮਰਨਾ ਹੋਵੇ। ਨਿਰਮਲ ਕਰਮ ਅਸਲ ਦੇ ਵਿੱਚ ਅਕਾਲ ਪੁਰਖ ਦੀ ਸਿਮਰਨਾ ਦਾ ਹੀ ਨਾਮ ਹੈ, ਕਿਉਂਕਿ ਅਕਾਲ ਪੁਰਖ ਦੀ ਸਿਮਰਨਾ ਹੀ ਸੀ ਜਿਹੜੀ ਤੜਫਦੇ ਹੋਏ ਦੁਸ਼ਮਣ ਨੂੰ ਦੁਸ਼ਮਣ ਨਜ਼ਰ ਨਹੀਂ ਆਇਆ ਔਰ ਉਸ ਨੂੰ ਢਾਲ ਦੇ ਨਾਲ ਛਾਂ ਕਰ ਦਿੱਤੀ। ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਲੋਕ ਦੁਸ਼ਮਣ ਨੂੰ ਤੜਫਦਾ ਦੇਖਣਾ ਚਾਹੁੰਦੇ ਨੇ, ਉੱਥੇ ਸਤਿਗੁਰੂ ਜੀ ਪਾਣੀ ਦੇ ਕੇ ਭੇਜ ਰਹੇ ਨੇ ਭਾਈ ਕਨ੍ਹਈਆ ਜੀ ਨੂੰ, ਦਵਾਈਆਂ ਦੇ ਕੇ ਭੇਜ ਰਹੇ ਨੇ ਭਾਈ ਕਨ੍ਹਈਆ ਜੀ ਨੂੰ, ਕਿਉਂਕਿ ਇਹ ਨਿਰਮਲ ਕਰਨੀ ਦਾ ਸਭ ਤੋਂ ਵੱਡਾ ਪੈਗਾਮ। ਇਸ ਤੋਂ ਵੱਡਾ ਹੋਰ ਪੈਗਾਮ ਕਿਸ ਤਰ੍ਹਾਂ ਹੋ ਸਕਦਾ? ਕਿਉਂਕਿ ਸੁਭਾਅ ਦੇ ਵਿੱਚ ਧਰਮ ਸ਼ਾਮਲ ਹੈ। ਇਸ ਕਰਕੇ ਸੁਭਾਅ ਦੇ ਵਿੱਚ ਧਰਮ ਸ਼ਾਮਲ ਹੈ ਤਾਂ ਧਰਮੀ ਸੁਭਾਅ ਵਾਲਾ ਮਨੁੱਖ ਨਿਰਮਲ ਕਰਨੀ ਦੇ ਨਾਲ ਹੀ ਆਪਣੇ ਆਪ ਨੂੰ ਇਸ ਸੰਸਾਰ ਦੇ ਕਰਮ ਰਸਤੇ ਉੱਪਰ ਤੋਰੇਗਾ। ਪਹਿਲੀ ਉਹਦੀ ਕਰਨੀ ਨਿਰਮਲ ਹੀ ਹੈ, ਤਾਂ ਨਿਰਮਲ ਕਰਨੀ ਉਹ ਭੁੱਲੇਗਾ ਨਹੀਂ, ਭਾਵੇਂ ਉਹ ਜੰਗ ਦੇ ਮੈਦਾਨ ਦੇ ਵਿੱਚ ਕਿਉਂ ਨਹੀਂ ਪਹੁੰਚ ਗਿਆ। ਮੈਦਾਨੇ ਜੰਗ ਵਿੱਚ ਜਾ ਕੇ ਵੀ, ਕਿਉਂਕਿ ਨਿਰਮਲ ਕਰਨੀ ਔਰ ਧਰਮ ਸੁਭਾਅ ਦੇ ਵਿੱਚ ਸ਼ਾਮਲ ਹੋ ਚੁੱਕਿਆ। ਸਤਿਗੁਰ ਕਹਿੰਦੇ ਨੇ ਕਿ ਚੋਣ ਕਰ,
ਤਾਂ ਕਿ ਤੈਨੂੰ ਪਤਾ ਲੱਗ ਸਕੇ ਕਿ ਸ੍ਰੇਸ਼ਟ ਧਰਮ ਯਾਨੀ ਕਿ ਧਰਮ ਦੀ ਵਿਧੀ ਸੰਸਾਰ ਦੇ ਵਿੱਚ ਤੂੰ ਨਿਭਾਵੇਗਾ ਕਿਵੇਂ। ਕਿਉਂਕਿ ਲੋਕ ਦਾਅਵੇ ਕਰਦੇ ਨੇ, ਮੈਂ ਫਲਾਣੇ ਧਰਮ ਦਾ, ਮੈਂ ਫਲਾਣੇ ਧਰਮ ਦਾ, ਮੇਰੇ ਧਰਮ ਦੇ ਵਿੱਚ ਆ ਹੈ, ਮੇਰੇ ਧਰਮ ਦੇ ਵਿੱਚ ਉਹ ਹੈ। ਲੋਕ ਦਾਅਵੇ ਕਰਦੇ ਨੇ, ਜਦ ਕਿ ਧਰਮ ਦੇ ਵਿੱਚ ਦਾਅਵੇਦਾਰੀ ਨਹੀਂ ਹੈ। ਧਰਮ ਦੇ ਵਿੱਚ ਇੱਕ ਅਨੁਸ਼ਾਸਨ ਹੈ, ਇੱਕ ਨਮਰਤਾ ਹੈ। ਸਤਿਗੁਰ ਨੇ ਸਿੱਖ ਬਣਾਇਆ ਤਾਂ ਕਿ ਮਨੁੱਖ ਧਰਮ ਦੀ ਸਿੱਖਿਆ ਲੈ ਸਕੇ, ਧਰਮ ਦੇ ਮੁਤਾਬਕ ਜੀ ਸਕੇ, ਧਰਮ ਨੂੰ ਸਮਝ ਸਕੇ। ਇਸ ਕਰਕੇ ਜਿਹੜਾ ਵੀ ਧਰਮ ਨੂੰ ਸਮਝੇਗਾ ਉਹ ਸਿੱਖ ਹੀ ਹੈ। ਅਗਰ ਕੋਈ ਸਮਝ ਸਕੇ ਤਾਂ ਦਾਅਵੇਦਾਰੀ ਹਟ ਜਾਏਗੀ, ਆਪਣੇ ਆਪ ਕਰਨੀ ਨਿਰਮਲ ਹੋ ਜਾਏਗੀ, ਧਰਮ ਪਕੜ ਦੇ ਵਿੱਚ ਆ ਜਾਏਗਾ। ਪਰ ਸਤਿਗੁਰ ਕਹਿੰਦੇ ਨੇ ਕਿ ਅੰਧਕੂਪ ਇਹ ਸੰਸਾਰ ਅੰਨਾ ਹੈ। ਹੁਣ ਪਾਤਸ਼ਾਹ ਨੇ ਇੱਥੇ ਸ਼ਬਦ ਕੂਪ ਵਰਤਿਆ। ਜੇ ਕੂਪ ਦਾ ਆਪਾਂ ਸਹੀ ਮਾਇਨੇ ਦੇ ਵਿੱਚ ਅਰਥ ਲੱਭਣਾ ਹੋਵੇ ਤਾਂ ਕੂਪ ਦਾ ਸਹੀ ਮਾਇਨੇ ਵਿੱਚ ਅਰਥ ਹੈ ਇੱਕ ਐਸਾ ਖੂਹ ਜਿਸ ਦੇ ਵਿੱਚ ਬਹੁਤ ਥੋੜ੍ਹਾ ਪਾਣੀ ਹੈ। ਨਦੀਆਂ ਦੇ ਮੁਕਾਬਲੇ ਉੱਪਰ ਜਾਂ ਸਮੁੰਦਰਾਂ ਦੇ ਮੁਕਾਬਲੇ ਉੱਪਰ ਬਹੁਤ ਥੋੜ੍ਹਾ ਪਾਣੀ ਹੈ। ਹੁਣ ਬਹੁਤ ਥੋੜ੍ਹਾ ਪਾਣੀ ਦਾ ਮਤਲਬ ਕੀ ਹੈ? ਜੇ ਜਾਣਾ ਤਿਲ ਥੋੜ ਰੇ ਸੰਭਲ ਬੁੱਕ ਭਰੀ। ਭਾਵ ਇਸ ਸੰਸਾਰ ਦੇ ਵਿੱਚ ਉਮਰ ਦੇ ਜਿੰਨੇ ਵੀ ਦਿਨ ਮਿਲ ਜਾਣ ਨਾ, ਮਨੁੱਖ ਨੂੰ ਉਹ ਥੋੜ੍ਹੇ ਜਾਪਦੇ ਨੇ, ਥੋੜ੍ਹੇ ਜਾਪਦੇ ਨੇ। 72-75 ਸਾਲ ਦਾ ਹੋ ਕੇ ਕੋਈ ਮਰੇ, ਕਹਿੰਦੇ ਜੀ ਅਜੇ ਤਾਂ ਕੁਛ ਵੀ ਉਮਰ ਨਹੀਂ ਸੀ। ਕਿਉਂਕਿ ਮਨੁੱਖ ਨੂੰ ਇਹ ਸਾਲ, ਇਹ ਦਿਨ ਥੋੜ੍ਹੇ ਜਾਪਦੇ ਨੇ, ਕਿਉਂਕਿ ਮਨੁੱਖ ਜਿਉਣਾ ਚਾਹੁੰਦਾ ਹੈ, ਸੰਸਾਰ ਵਿੱਚ ਰਹਿਣਾ ਚਾਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਦੀ ਸੋਚ, ਪਰ ਉਹ ਕਿੰਨਿਆਂ ਕੁ ਦੀ ਸੋਚ ਹੈ, ਕਿਸੇ ਦੀ ਸੋਚ ਨੂੰ ਗੁੰਮਰਾਹ ਕਰ ਦਿੱਤਾ ਜਾਵੇ ਔਰ ਉਸ ਨੂੰ ਕਹਿ ਦਿੱਤਾ ਜਾਵੇ ਕਿ ਜੇ ਤੂੰ ਮਰੇਗਾ ਤਾਂ ਆਹ ਹੋਏਗਾ, ਉਹ ਹੋਏਗਾ। ਔਰ ਇਹ ਗੁੰਮਰਾਹ ਕੁਨ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ। ਕਦੀ ਇਹ ਕਿਹਾ ਜਾਂਦਾ ਰਿਹਾ ਕਿ ਤੂੰ ਆ ਜਿਹੜਾ ਕਰਵਟ ਦਾ ਆਰਾ ਹੈ ਇਹਦੇ ਥੱਲੇ ਆਪਣੇ ਆਪ ਨੂੰ ਕਟਵਾਏਂਗਾ ਤਾਂ ਸਵਰਗ ਵਿੱਚ ਜਾਏਂਗਾ। ਅੱਜ ਇਹ ਕਿਹਾ ਜਾਂਦਾ ਕਿ ਆਜ ਤੂੰ ਅਗਰ ਬੇਗੁਨਾਹਿਆਂ ਦਾ ਕਤਲ ਕਰੇਂਗਾ ਤਾਂ ਜਹਾਦ ਹੋ ਜਾਏਗਾ, ਤੈਨੂੰ ਜੰਨਤ ਨਸੀਬ ਹੋਏਗੀ। ਇਸ ਤਰ੍ਹਾਂ ਦੀਆਂ ਗੱਲਾਂ, ਗੁੰਮਰਾਹ ਕੁਨ ਗੱਲਾਂ ਦੇ ਨਾਲ। ਲੇਕਿਨ ਗੁੰਮਰਾਹ ਕੁਨ ਕਿੰਨੇ ਕੁ ਲੋਕ ਹੁੰਦੇ ਨੇ। ਲੇਕਿਨ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਗੁੰਮਰਾਹ ਵੀ ਧਰਮ ਦੀ ਬਣਾ ਦੇ ਉੱਤੇ ਕੀਤਾ ਜਾਂਦਾ ਹੈ। ਆੜ ਧਰਮ ਦੀ ਲਈ ਜਾਂਦੀ ਹੈ। ਤਾਂ ਧਰਮ ਦੀ ਆੜ ਲੈ ਕੇ ਗੁੰਮਰਾਹ ਕਰਨ ਵਾਲੇ ਲੋਕ ਦੋਹਰਾ ਗੁਨਾਹ ਕਰਦੇ ਨੇ। ਇੱਕ ਤੇ ਉਹ ਗੁਨਾਹ, ਚਲੋ ਕੋਈ ਵੈਸੇ ਕੋਈ ਮਨੁੱਖ ਦਾ ਕਿਸੇ ਨਾਲ ਲੜਾਈ ਹੋ ਜਾਵੇ, ਕਤਲ ਕਰ ਦੇਵੇ, ਗੱਲ ਵੱਖਰੀ ਹੈ। ਇੱਕ ਉਹ ਧਰਮ ਦੀ ਆੜ ਲੈ ਰਹੇ ਨੇ, ਪਹਿਲਾ ਗੁਨਾਹ। ਦੂਜਾ ਗੁਨਾਹ ਬੇਗੁਨਾਹਿਆਂ ਦਾ ਕਤਲ। ਲੇਕਿਨ ਉਸ ਤੋਂ ਬਾਅਦ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਫਿਰ ਦਾਅਵਾ ਕਰਦੇ ਨੇ ਕਿ ਸਾਡੇ ਉਸ ਵਿਅਕਤੀ ਨੂੰ ਸ਼ਹੀਦ ਕਹੋ, ਕਿਉਂਕਿ ਧਰਮ ਪਕੜ ਦੇ ਵਿੱਚ ਨਹੀਂ ਆ ਰਿਹਾ, ਧਰਮ ਸਮਝ ਨਹੀਂ ਆ ਰਿਹਾ। ਤਾਂ ਜਿਹੜਾ ਕੂਪ ਹੈ ਉਹ ਐਸਾ ਇੱਕ ਖੂਹ ਹੈ, ਕਿਉਂਕਿ ਬਾਬਾ ਕਬੀਰ ਜੀ ਨੇ ਵੀ ਕਿਹਾ ਨਾ ਕਿ ਕੂਪ ਤੇ ਮੇਰ ਕਰਾਵੇ। ਉਹਦਾ ਮਤਲਬ ਕੀ ਹੈ? ਭਾਵ ਇੱਕ ਟੋਏ ਤੋਂ ਪਹਾੜ ਕਰ ਦੇਵੇ। ਬਾਬਾ ਕਬੀਰ ਜੀ ਨੇ ਤਾਂ ਕੂਪ ਨੂੰ ਟੋਆ ਤੱਕ ਕਹਿ ਦਿੱਤਾ, ਯਾਨੀ ਕਿ ਇੰਨਾ ਛੋਟਾ ਖੂਹ ਔਰ ਜਿਹਦੇ ਵਿੱਚ ਇੰਨਾ ਥੋੜ੍ਹਾ ਪਾਣੀ। ਕਿਉਂਕਿ ਜ਼ਿੰਦਗੀ ਕਿੰਨੀ ਕੁ ਹੈ ਮਨੁੱਖ ਦੀ? ਜੇ 100 ਵਰ੍ਹਿਆਂ ਜੀਵਣਾ 20 ਤਨ ਹੋ ਸਿੱਖੇ, ਉਹਦੇ ਨਾਲ ਕੀ ਫਰਕ ਪਏਗਾ? ਜ਼ਿੰਦਗੀ ਤਾਂ ਆਖਰ ਖਤਮ ਹੋਏਗੀ, ਔਰ ਕਿੰਨੀ ਕੁ ਹੈ। ਤੋ ਇਸ ਕਰਕੇ ਸਤਿਗੁਰ ਨੇ ਇੱਥੇ ਸ਼ਬਦ ਕੂਪ ਵਰਤਿਆ। ਲੇਕਿਨ ਕੂਪ ਵੀ ਕਿਹੜਾ ਹੈ? ਅੰਧਕੂਪ, ਅੰਨਾ ਖੂਹ। ਅੰਧਕੂਪ ਤੇ ਕਾਢੇ ਆਪ। ਖੂਹ ਵੀ ਇੱਕ ਐਸਾ ਹੈ ਜਿਸ ਦੇ ਵਿੱਚ ਪਾਣੀ ਵੀ ਥੋੜ੍ਹਾ ਹੈ, ਜਿਸ ਦੇ ਵਿੱਚ ਦਾਇਰਾ ਵੀ ਥੋੜ੍ਹਾ ਹੈ, ਘੇਰਾ ਵੀ ਥੋੜ੍ਹਾ ਹੈ, ਔਰ ਉਹ ਹੈ ਵੀ ਅੰਨਾ। ਹੁਣ ਅੰਨੇ ਖੂਹ ਦੇ ਵਿੱਚ ਲੋਕ ਕੀ ਕਰ ਰਹੇ ਨੇ? ਲੋਕ ਟੱਕਰਾਂ ਮਾਰ ਰਹੇ ਨੇ, ਔਰ ਟੱਕਰਾਂ ਮਾਰ ਰਹੇ ਨੇ ਧਰਮ ਦੀ ਬਣਾ ਦੇ ਉੱਤੇ। ਤੋ ਸਤਿਗੁਰ ਕਹਿੰਦੇ ਨੇ ਕਿ ਇਸ ਅੰਨੇ ਖੂਹ ਦੇ ਵਿੱਚੋਂ ਨਿਕਲਣ ਦਾ ਇੱਕ ਬੜਾ ਖੂਬਸੂਰਤ ਤਰੀਕਾ ਹੈ, ਇੱਕ ਬਹੁਤ ਵਧੀਆ ਤਰੀਕਾ ਹੈ ਔਰ ਬੜਾ ਆਸਾਨ ਤਰੀਕਾ ਹੈ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਅੰਧੇ ਖੂਹ ਨੂੰ ਫਿਰ ਸਤਿਗੁਰ ਨੇ ਨਦੀ ਕਹਿ ਦਿੱਤਾ, ਯਾਨੀ ਕਿ ਇਹ ਇੱਕ ਅਲੰਕਾਰਾਂ ਦੀ ਵਰਤੋਂ ਹੈ। ਦਸਵਾਂ ਪਾਤਸ਼ਾਹ ਇਹ ਚਾਹੁੰਦੇ ਨੇ ਕਿ ਅੰਧਾ ਖੂਹ ਹੈ ਜਾਂ ਬਿਖਮ ਨਦੀ ਹੈ, ਦੋਨਾਂ ਹੀ ਹਾਲਾਤਾਂ ਦੇ ਵਿੱਚ ਤਰਨ ਦਾ ਤਰੀਕਾ ਇੱਕੋ ਹੀ ਹੈ। ਸਾਧ ਸੰਗਤ ਕੇ ਅੰਚਲ। ਅੰਚਲ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਸਕਰਟ ਵੀ ਕਿਹਾ ਸੀ, ਪੱਲਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ। ਆਂਚਲ ਵੀ ਕਹਿੰਦੇ ਹਾਂ, ਇਸ ਨੂੰ ਆਂਚਲ ਵੀ ਸ਼ਬਦ ਹੈ। ਅੰਚਲ ਯਾਨੀ ਕਿ ਕਿਸੇ ਦਾ ਪੱਲਾ ਪਕੜ ਕੇ ਸੰਸਾਰ ਸਾਗਰ ਦੇ ਵਿੱਚ, ਸੰਸਾਰ ਰਸਤੇ ਉੱਪਰ ਅੱਗੇ ਤੁਰਨਾ। ਔਰ ਅਸੀਂ ਪੱਲਾ ਕਿਹਦਾ ਪਕੜਨਾ? ਅਸੀਂ ਪੱਲਾ ਪਕੜਨਾ ਆਪਣੇ ਗੁਰੂ ਦਾ। ਤਾਂ ਗੁਰੂ ਦਾ ਪੱਲਾ ਪਕੜਨ ਦਾ ਤਰੀਕਾ ਕੀ ਹੈ? ਗੁਰੂ ਦਾ ਪੱਲਾ ਪਕੜਨ ਦਾ ਤਰੀਕਾ ਹੈ, ਗੁਰੂ ਦਾ ਪੱਲਾ ਉੱਥੇ ਜਾ ਕੇ ਪਕੜਿਆ ਜਾਏਗਾ ਨਾ ਜਿੱਥੇ ਗੁਰੂ ਵਸਦਾ ਹੈ। ਜਿਵੇਂ ਕੱਲ੍ਹ ਵੀ ਆਪਾਂ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕੀਤੀ ਸੀ ਕਿ ਗੁਰੂ ਵਸਦਾ ਕਿਤੇ ਹੈ? ਸਾਧ ਸੰਗਤ ਮੈਂ, ਸਤਸੰਗਤ ਦੇ ਵਿੱਚ। ਔਰ ਪਾਤਸ਼ਾਹ ਪੰਚਮ ਮਾਝ ਰਾਗ ਦੇ ਵਿੱਚ ਕਹਿੰਦੇ ਨੇ, ਅੰਗ 108, ਸਤਿਗੁਰ ਕਹਿੰਦੇ ਅੰਚਲ ਲਾਏ ਸਭ ਸਿਸ਼ਟ ਤਰਾਈ।
ਅੰਚਲ ਭਾਵ ਇਹ ਪੱਲਾ ਪਕੜ ਕੇ ਕੇਵਲ ਸਿੱਖ ਨਹੀਂ, ਸਾਰੀ ਸ੍ਰਿਸ਼ਟੀ ਤਰ ਸਕਦੀ ਹੈ। ਸਾਰੀ ਸ੍ਰਿਸ਼ਟੀ ਤਰ ਸਕਦੀ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਦੇ ਲਈ ਸਤਿਗੁਰ ਨੇ ਤਰੀਕਾ ਦੱਸਿਆ, ਸਿੱਖ ਦੇ ਲਈ ਕੇਵਲ ਨਹੀਂ। ਜੇ ਪਾਤਸ਼ਾਹ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਦੀ ਗੱਲ ਕੀਤੀ ਹੈ, ਜੇ ਨਿਰਮਲ ਕਰਨ ਦੀ ਗੱਲ ਕੀਤੀ ਹੈ, ਤਾਂ ਇਹ ਤਰੀਕਾ, ਇਹ ਚੋਣ ਕੇਵਲ ਸਿੱਖ ਲਈ ਨਹੀਂ, ਕੋਈ ਵੀ ਇਸ ਰਸਤੇ ਨੂੰ ਚੁਣ ਸਕਦਾ ਹੈ ਜੇ ਕੋਈ ਚੁਣਨਾ ਚਾਹਵੇ ਤਾਂ। ਪਰ ਅਕਸਰ ਹੁੰਦਾ ਕੀ ਹੈ, ਮੈਂ ਇੱਕ ਅੰਗਰੇਜ਼ੀ ਦਾ ਲਿਟਰੇਚਰ ਪੜ੍ਹ ਰਿਹਾ ਸੀ ਪਿਛਲੇ ਕੁਝ ਦਿਨੋਂ, ਮੈਨੂੰ ਰਾਈਟਰ ਦਾ ਨਾਮ ਯਾਦ ਨਹੀਂ ਆ ਰਿਹਾ, ਉਸਨੇ ਗੱਲ ਬੜੀ ਖੂਬਸੂਰਤ ਕਹੀ, ਗੱਲ ਬੜੀ ਚੰਗੀ ਕਹੀ। ਕਹਿੰਦੇ ਇਸ ਕਰਕੇ ਉਸ ਧਰਮ ਨੂੰ ਨਾ ਅਪਣਾਓ ਜਿਸ ਘਰ ਦੇ ਵਿੱਚ ਤੁਸੀਂ ਜਨਮੇ ਹੋ, ਇਸ ਕਰਕੇ ਕਿ ਉਸ ਦਾ ਅਧਿਐਨ ਕਰੋ, ਔਰ ਅਧਿਐਨ ਕਰਕੇ ਦੇਖੋ ਕਿ ਕਿਤੇ ਤੁਹਾਡੇ ਵੱਡੇ ਵਡੇਰਿਆਂ ਨੇ ਗਲਤ ਫੈਸਲਾ ਤਾਂ ਨਹੀਂ ਲੈ ਲਿਆ। ਗੱਲ ਬੜੀ ਕਮਾਲ ਦੀ ਹੈ। ਔਰ ਅਗਰ ਗਲਤ ਫੈਸਲਾ ਹੈ ਤਾਂ ਉਸ ਨੂੰ ਠੀਕ ਕਰਨ ਦਾ ਵੀ ਮੌਕਾ ਤੁਹਾਡੇ ਕੋਲ ਹੈ, ਕਰ ਲਓ ਠੀਕ। ਚੁਣ ਲਓ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਜਿਸ ਦੇ ਵਿੱਚ ਇੱਕ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਔਰ ਕਰਮ ਨਿਰਮਲ ਕਰਮ ਸ਼ੁਭ ਹੋ ਜਾਣ। ਐਸੀ ਅਵਸਥਾ ਦੇ ਵਿੱਚ ਮਨੁੱਖ ਉਸ ਨਦੀ ਨੂੰ ਤਰ ਸਕਦਾ ਹੈ, ਉਸ ਅੰਧਕੂਪ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਜਿਹੜਾ ਇਹ ਸੰਸਾਰ ਹੈ। ਕਿਉਂਕਿ ਅੰਧਕੂਪ ਵੀ, ਬਿਖਮ ਨਦੀ ਵੀ, ਬਿਖਮ ਸਾਗਰ ਵੀ, ਇਹ ਸਾਰੇ ਲਖਾਇਕ ਨੇ, ਇਹ ਸਾਰੇ ਪ੍ਰਤੀਕ ਨੇ ਸੰਸਾਰ ਦੇ। ਔਰ ਸਤਿਗੁਰਾਂ ਨੇ ਪ੍ਰਤੀਕਾਤਮਕ ਅਲੰਕਾਰ ਵਰਤੇ ਹੈ, ਚਾਹੇ ਅੰਧਕੂਪ ਹੈ, ਚਾਹੇ ਨਦੀ ਹੈ, ਬਿਖਮ ਨਦੀ ਹੈ। ਹੁਣ ਬਿਖਮ ਨਦੀ ਔਰ ਅੰਧਕੂਪ ਦਾ ਅਖਰੀ ਅਰਥ ਅਲੱਗ-ਅਲੱਗ ਹੋਵੇਗਾ, ਅੰਤਰੀਵ ਮਤਲਬ ਕੇਵਲ ਇੱਕ ਹੈ, ਸਿਰਫ ਇੱਕ। ਤਰਨ ਦਾ ਤਰੀਕਾ ਦੱਸਿਆ ਹੈ, ਔਰ ਇਸ ਤੋਂ ਪਹਿਲਾਂ ਸਤਿਗੁਰ ਨੇ ਜਿਹੜੀ ਗੱਲ ਸਪਸ਼ਟ ਕੀਤੀ ਹੈ, ਆਏ ਅਨਕ ਜਨਮ ਭਰਮ ਸਰਣੀ, ਇਹ ਵੀ ਗੱਲ ਦਾ ਧਿਆਨ ਰੱਖੀ ਨਾਲ ਕਿ ਆ ਜਿਹੜਾ ਅੰਨਾ ਖੂਹ ਹੈ ਨਾ, ਇਹ ਜਿਹੜੀ ਬਿਖਮ ਨਦੀ ਹੈ, ਇਹਦੇ ਵਿੱਚ ਤੂੰ ਇਸੇ ਜਨਮ ਦੇ ਵਿੱਚ ਨਹੀਂ ਆਇਆ, ਕਿਉਂਕਿ ਹਿਰਨ ਵੀ ਤਾਂ ਇਸੇ ਜਗ੍ਹਾ 'ਤੇ ਰਹਿ ਰਿਹਾ, ਕੁੱਤਾ ਵੀ ਇੱਥੇ ਰਹਿ ਰਿਹਾ, ਹਾਥੀ ਵੀ ਇੱਥੇ ਰਹਿ ਰਿਹਾ, ਸੱਪ ਵੀ ਇੱਥੇ ਰਹਿ ਰਿਹਾ, ਚੂਹਾ ਵੀ ਇੱਥੇ ਰਹਿ ਰਿਹਾ, ਬਿਲਾਵ ਵੀ ਇੱਥੇ ਰਹਿ ਰਿਹਾ, ਸਾਰੇ ਇੱਥੇ ਰਹਿ ਰਹੇ ਨੇ। ਔਰ ਹੋ ਸਕਦਾ ਫਿਰ ਦੁਬਾਰਾ ਜਦੋਂ ਅਸੀਂ ਆਈਏ ਇਹਨਾਂ ਦੇ ਵਿੱਚੋਂ ਕੁਝ ਇੱਕ ਹੋਈਏ। ਕਿਮਾ ਕਰਨੀ, ਬੁਰਾ ਨਹੀਂ ਮੰਨਣਾ, ਗੱਲ ਨੂੰ ਸਮਝਾਉਣ ਲਈ ਗੱਲ ਕਰ ਰਹੇ, ਡਰਾਵਾ ਨਹੀਂ ਮੈਂ ਦੇ ਰਿਹਾ। ਹੋਣਾ ਐਸਾ ਹੀ ਹੈ, ਇਹ ਵੀ ਮਾਫੀ ਮੰਗਦਾ, ਹੋਣਾ ਤਾਂ ਐਸਾ ਹੀ ਹੈ। ਕਿਉਂਕਿ ਅਨੇਕ ਜੂਨੀ ਭਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ ਕਹੀ ਨਾਨਕ, ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਸਪਸ਼ਟ ਹੈ, ਅਨੇਕ ਜੂਨੀ ਭਰਮਿਆਵੇ, ਆਏ ਅਨਕ ਜਨਮ ਭਰਮ ਸਰਣੀ। ਹੁਣ ਸਤਿਗੁਰ ਕਹਿੰਦੇ ਨੇ ਕਿ ਇੰਨੇ ਅਨਕ ਜਨਮ ਮੈਂ ਕਿਉਂ ਭਟਕਿਆ। ਸਤਿਗੁਰ ਨੇ ਸ਼ਬਦ ਇਸਤੇਮਾਲ ਕੀਤਾ ਭਰਮ। ਜਨਮ ਮਨੁੱਖ ਭਟਕਿਆ, ਲੇਕਿਨ ਭਟਕਿਆ ਕਿਸ ਕਾਰਨ ਹੈ? ਉਸ ਦਾ ਕਾਰਨ ਭਰਮ ਹੈ। ਔਰ ਇਸ ਜਨਮ ਦੇ ਵਿੱਚ, ਮਨੁੱਖਾ ਜਨਮ ਦੇ ਵਿੱਚ ਵੀ ਭਰਮ ਪੈ ਗਿਆ, ਇਹਦੇ ਵਿੱਚ ਵੀ ਭੁਲੇਖੇ ਪੈ ਗਏ, ਔਰ ਇਹ ਭੁਲੇਖੇ ਭਟਕਣ ਦਾ ਕਾਰਨ ਬਣ ਗਏ। ਕਿਉਂਕਿ ਭਰਮ ਦਾ ਮਤਲਬ ਭੁਲੇਖੇ ਕਰਕੇ ਭਟਕਣਾ ਹੈ। ਜਿਵੇਂ ਪਾਤਸ਼ਾਹ ਗੁਜਰੀ ਰਾਗ ਦੇ ਵਿੱਚ ਕਹਿੰਦੇ ਨੇ ਨਾ, 68 ਮਜਨ ਕਰ ਇਸਨਾਨਾ, ਭਰਮ ਆਏ ਧਰ ਸਾਰੀ। ਆ ਜਿਹੜੇ 68 ਤੀਰਥ ਨੇ, ਮਜਨ, ਇਹਨਾਂ ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦੀ ਕਿਰਿਆ, ਭਰਮ ਆਓ, ਇਹ ਸਾਰੇ ਭਰਮ ਭੁਲੇਖੇ ਨੇ। ਜਿਨ ਭਰਮ ਭੂਲਾ ਮਾਰਗ ਪਾਇਆ, ਸਤਿਗੁਰ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਪ੍ਰਥਮ ਕਹਿੰਦੇ ਨੇ ਕਿ ਮਨੁੱਖ ਤਾਂ ਭੁੱਲਿਆ ਹੋਇਆ ਸੀ, ਔਰ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਚੋਂ ਦੱਸੇਗਾ ਕੌਣ? ਗੁਰੂ। ਕਿਉਂਕਿ ਅਨੇਕ ਜੂਨੀ ਭਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਚਰਣੀ ਲੱਗਣ ਦਾ ਤਰੀਕਾ ਗੁਰੂ ਦਾ ਸ਼ਬਦ ਆਪਣੇ ਕਰਨੀ ਸੁਣਨਾ ਹੈ। ਔਰ ਸਤਿਗੁਰ ਕਹਿੰਦੇ ਨੇ ਮਨੁੱਖਾ ਜਨਮ ਦੇ ਵਿੱਚ ਜੇ ਇੰਨੀ ਕੁ ਸੋਝੀ ਆ ਗਈ ਨਾ ਕਿ ਮੈਂ ਅਨੇਕਾਂ ਜੂਨੀਆਂ ਦੇ ਵਿੱਚ ਭਰਮ ਕੇ, ਅਨੇਕਾਂ ਜਨਮਾਂ ਦੇ ਵਿੱਚ ਭਰਮਦਾ ਹੋਇਆ ਸਰਣੀ ਆਉਣ ਦੀ ਜਾਚ ਸਿੱਖ ਲਵਾਂ। ਸਰਣੀ ਆਉਣ ਦਾ ਤਰੀਕਾ ਗੁਰੂ ਦਾ ਆਂਚਲ ਪਕੜਨਾ ਹੈ, ਸਾਧ ਸੰਗਤ ਦੇ ਵਿੱਚ ਜਾ ਕੇ। ਕਈ ਜਨਮਾਂ ਤੋਂ ਭਟਕਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਬਹੁਤ ਜਨਮ ਵਿਛੜੇ ਕਿਉਂ ਥੇ? ਬਾਬਾ ਰਵਿਦਾਸ ਕਹਿੰਦੇ ਨੇ ਬਹੁਤ ਜਨਮ ਵਿਛੜੇ ਕਿਉਂ ਥੇ? ਬਹੁਤ ਜਨਮ ਵਿਛੜੇ ਇਸ ਕਰਕੇ ਸੀ ਕਿਉਂਕਿ ਉਸ ਜਨਮ ਦੇ ਵਿੱਚ ਤੇਰੇ ਨਾਲ ਜੁੜਨ ਦੀ, ਤੇਰਾ ਆਂਚਲ ਪਕੜਨ ਦੀ ਜਾਚ ਨਹੀਂ ਸੀ, ਤੇਰਾ ਪੱਲਾ ਪਕੜਨ ਦੀ ਜਾਚ ਨਹੀਂ ਸੀ। ਜਨਮ ਜਨਮ ਭਰਮਤ ਫਿਰਿਓ। ਕਿਉਂ?
ਕਿਉਂਕਿ ਤੇਰਾ ਅੰਚਲ ਪਕੜਨ ਦੀ ਜਾਚ ਨਹੀਂ ਸੀ। ਸੱਪ ਨੂੰ ਨਹੀਂ ਜਾਚ ਆ ਸਕਦੀ, ਬਾਂਦਰ ਨੂੰ ਨਹੀਂ ਜਾਚ ਆ ਸਕਦੀ, ਹਾਥੀ ਨੂੰ ਨਹੀਂ, ਘੋੜੇ ਨੂੰ, ਖੋਤੇ ਨੂੰ ਨਹੀਂ ਜਾਚ ਆ ਸਕਦੀ। ਔਰ ਇਸੇ ਕਰਕੇ ਮੇਰੇ ਵਰਗੇ ਮਨੁੱਖ ਨੂੰ ਕਿਹਾ ਜਾਂਦਾ ਉਹ ਤਾਂ ਖੋਤਾ ਹੀ ਹੈ ਨਿਰਾ, ਕਿਉਂਕਿ ਜਾਚ ਨਹੀਂ ਆਈ ਨਾ। ਇਸੇ ਕਰਕੇ ਮੇਰੇ ਵਰਗੇ ਮਨੁੱਖ ਨੂੰ ਕਿਹਾ ਜਾਂਦਾ ਉਹ ਤਾਂ ਕੁੱਤਾ ਹੀ ਹੈ, ਭੌਂਕੀ ਜਾਂਦਾ, ਆਪ ਤਾਂ ਉਹਨੂੰ ਜਾਚ ਆਈ ਨਹੀਂ। ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਜਾਚ ਨਹੀਂ ਹੈ। ਇਸੇ ਕਰਕੇ ਕਿਹਾ ਜਾਂਦਾ ਨਾ ਜ਼ਹਿਰ ਵਾਂਗੂ ਕੋੜਾ ਤੇ ਸੱਪ ਹੀ ਹੈ ਨਿਰਾ। ਭਾਵੇਂ ਮਨੁੱਖਾ ਜਨਮ ਮਿਲ ਗਿਆ ਲੇਕਿਨ ਫਿਰ ਵੀ ਸੰਗਿਆ ਉਹੀ ਹੈ, ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਸਤਿਗੁਰ ਨੇ ਫੈਸਲਾ ਦੇ ਦਿੱਤਾ ਕਿਉਂਕਿ ਜੇ ਪਸ਼ੂ ਦੀ ਕਰਤੂਤ ਹੈ ਤਾਂ ਫਿਰ ਕਰਮ ਪਸ਼ੂਆਂ ਵਾਲੇ ਨੇ, ਕਿਉਂਕਿ ਪਸ਼ੂ ਨੂੰ ਗਿਆਨ ਨਹੀਂ ਹੈ। ਔਰ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਐਸੀ ਅਵਸਥਾ ਹੈ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਜੇ ਗਿਆਨ ਨਹੀਂ ਜਾਣ ਸਕਿਆ ਨਾ, ਗਿਆਨ ਦੇ ਰਾਹੀਂ ਜੇ ਧਿਆਨ ਹਾਸਲ ਨਹੀਂ ਕਰ ਸਕਿਆ, ਗਿਆਨ ਦੇ ਨੰਨੇ ਨੂੰ ਔਰ ਧਿਆਨ ਦੇ ਨੰਨੇ ਨੂੰ ਔਰ ਕਰਮ ਦੇ ਮੰਮੇ ਨੂੰ, ਤਿੰਨਾਂ ਨੂੰ ਔਂਕੜ ਹੈ। ਗੱਲ ਇੱਕ ਵਚਨ ਦੀ ਹੈ, ਗਿਆਨ ਇੱਕ ਅਕਾਲ ਪੁਰਖ ਦਾ। ਕਿਉਂਕਿ ਜਿਹੜੀ ਧਿਆਨ ਦੀ ਅਵਸਥਾ ਹੈ ਨਾ, ਇਹ ਸ਼ੁਰੂ ਹੀ ਗਿਆਨ ਦੇ ਨਾਲ ਹੁੰਦੀ ਹੈ। ਮਨੁੱਖ ਨੂੰ ਧਿਆਨ ਜੋੜਨ ਦੀ ਜਾਚ ਆਉਂਦੀ ਹੀ ਤਾਂ ਹੈ ਜੇ ਮਨੁੱਖ ਦੇ ਕੋਲ ਗਿਆਨ ਹੈ। ਤੇ ਗਿਆਨ ਕਿਸ ਚੀਜ਼ ਦਾ? ਰੱਬੀ ਗਿਆਨ। ਰੱਬੀ ਗਿਆਨ ਕੀ ਕਹਿੰਦਾ ਕਿ ਉਸ ਇੱਕ ਅਕਾਲ ਪੁਰਖ ਦੀ ਸ਼ਰਨ ਚਲੇ ਜਾਣਾ, ਕਿਉਂਕਿ ਜਿਸ ਨੇ ਆਪਣਾ ਆਪਾ ਸਮਰਪਣ ਕਰ ਦਿੱਤਾ ਇੱਕ ਅਕਾਲ ਪੁਰਖ ਦੇ ਅੱਗੇ, ਉਸ ਦਾ ਧਿਆਨ ਸ਼ੁਰੂ ਹੋ ਗਿਆ। ਲੋਕ ਕਹਿੰਦੇ ਨੇ ਕਿ ਮੈਂ ਚੌਂਕੜੀ ਮਾਰ ਕੇ ਬੈਠ ਕੇ ਧਿਆਨ ਲਗਾਵਾਂਗਾ, ਉਸ ਵਕਤ ਧਿਆਨ ਲੱਗਦਾ ਨਹੀਂ ਹੈ। ਫਿਰ ਲੋਕ ਸ਼ਿਕਾਇਤ ਕਰਦੇ ਨੇ ਕਿ ਜੀ ਮਨ ਭਟਕਦਾ ਬਹੁਤ ਹੈ। ਉਸ ਵਕਤ ਮਨ ਭਟਕੇਗਾ ਹੀ, ਕਿਉਂਕਿ ਉਸ ਨੇ ਸਰੀਰਕ ਕਿਰਿਆਵਾਂ ਖਤਮ ਕਰਕੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਬਿਠਾ ਲਿਆ ਹੈ ਕਿਸੇ ਪਲੰਘ ਦੇ ਉੱਤੇ, ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਧਿਆਨ ਲਵਾਉਣ ਦੀ। ਕਿਵੇਂ ਕਰਨੀ? ਇੱਕ ਪਿਤਾ ਨੂੰ ਆਪਣੇ ਪੁੱਤਰ ਨੂੰ ਯਾਦ ਕਰਨ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਇੱਕ ਇਸਤਰੀ ਨੂੰ ਆਪਣੇ ਪਤੀ ਨੂੰ ਯਾਦ ਕਰਨ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਮਨੁੱਖ ਇਹੋ ਹੀ ਸਮਝ ਨਹੀਂ ਸਕਿਆ, ਉਹ ਕੋਸ਼ਿਸ਼ ਕਰ ਰਿਹਾ। ਕੋਸ਼ਿਸ਼ ਕਰਦਿਆਂ ਕਰਦਿਆਂ ਫਿਰ ਸ਼ਿਕਾਇਤ ਕਰਦਾ, ਜੇ ਧਿਆਨ ਤਾਂ ਲੱਗਦਾ ਨਹੀਂ, ਮਨ ਇੱਧਰ ਭਟਕ ਜਾਂਦਾ। ਇੱਦਾਂ ਧਿਆਨ ਲਾਉਣ ਦੀ ਲੋੜ ਹੀ ਨਹੀਂ, ਕਿਉਂਕਿ ਇੱਦਾਂ ਦਾ ਧਿਆਨ ਨਿਰਮੂਲ ਹੈ। ਤੇ ਫਿਰ ਧਿਆਨ ਕਿੱਦਾਂ ਦਾ ਹੈ? ਧਿਆਨ ਸੁਭਾਵ ਦੇ ਵਿੱਚ ਗਿਆਨ ਹੋ ਜਾਵੇ ਇੱਕ ਅਕਾਲ ਪੁਰਖ ਦਾ ਕਿ ਉਸ ਦੀ ਸਰਣੀ ਮੈਂ ਆਇਆ ਹੋਇਆ। ਹੁਣ ਉਸ ਦੀ ਸਰਣੀ ਆਏ ਹੋਏ ਦਾ ਫਿਰ ਜੋ ਉਸ ਦਾ ਫੈਸਲਾ ਹੈ ਉਹੀ ਮੈਨੂੰ ਕਬੂਲ ਹੈ। ਔਰ ਉਸ ਦਾ ਫੈਸਲਾ ਕੀ ਹੈ? ਉਹ ਮੈਨੂੰ ਦੁੱਖ ਦੇਣਾ ਚਾਹੁੰਦਾ ਹੈ, ਮੈਨੂੰ ਪ੍ਰਵਾਨ ਹੈ। ਉਹ ਮੈਨੂੰ ਰਾਜ ਤਖਤ ਤੇ ਬਿਠਾਉਣਾ ਚਾਹੁੰਦਾ ਹੈ, ਪ੍ਰਵਾਨ ਹੈ। ਉਹ ਲੋਕਾਂ ਪਾਸੋਂ ਮੈਨੂੰ ਨਿੰਦਵਾਉਣਾ ਚਾਹੁੰਦਾ ਹੈ, ਪ੍ਰਵਾਨ ਹੈ। ਉਹ ਭੀਖ ਮੰਗਵਾਉਣਾ ਚਾਹੁੰਦਾ ਹੈ, ਪ੍ਰਵਾਨ ਹੈ। ਜੋ ਰਾਜ ਦੇ ਤਾਂ ਕੌਣ ਵਡਿਆਈ, ਜੋ ਭੀਖ ਮੰਗਾਏ ਤਾਂ ਕਿਆ ਘਟ ਜਾਈ। ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਤੇ ਆਈ। ਭੁੱਖ ਦੇ ਤਾਂ ਇਤ ਹੀ ਰਜਾਂ, ਦੁੱਖ ਵਿੱਚ ਸੁੱਖ ਮਨਾਈ। ਦੁੱਖ ਦੇ ਵਿੱਚ ਸੁੱਖ ਕੌਣ ਮਨਾ ਸਕਦਾ? ਜਿਹੜਾ ਤੱਤੀ ਤਵੀ ਤੇ ਬੈਠ ਕੇ ਕਵੇ ਉਲਾਹ ਨੂੰ ਮੈਂ ਕਾਹੂ ਨਾ ਦਿਓ। ਨਹੀਂ ਤੇ ਅੱਗ ਬਲਦੀ ਹੋਵੇ ਥੱਲੇ ਤਾਂ ਬੰਦਾ ਗਾਲਾਂ ਕੱਢੇਗਾ ਵਕਤ ਦੇ ਹਾਕਮ ਨੂੰ। ਔਰ ਸਤਿਗੁਰੂ ਉਲਾਹਣਾ ਹੀ ਨਹੀਂ ਦੇ ਰਹੇ ਕਿਸੇ ਨੂੰ। ਕਿਉਂ ਨਹੀਂ ਉਲਾਹਣਾ ਦੇ ਰਹੇ? ਕਿਉਂਕਿ ਮਨ ਮੀਠ ਤੁਹਾਰੋ ਕਿਉਂ, ਇਹ ਉਸ ਦੀ ਸ਼ਰਨ ਜਾਣ ਦਾ ਤਰੀਕਾ ਹੈ। ਔਰ ਇਹੋ ਹੀ ਧਿਆਨ ਹੈ। ਕਦੀ ਆਪਨੇ ਕਿਸੇ ਪਿਤਾ ਨੂੰ ਦੇਖਿਆ ਕਿ ਉਹ ਚਿਮਟੇ ਵਜਾ ਵਜਾ ਕੇ ਆਪਣੇ ਪੁੱਤਰ ਨੂੰ ਯਾਦ ਕਰੇ ਜਾਂ ਉਹਦਾ ਧਿਆਨ ਕਰੇ, ਜਾਂ ਅੱਖਾਂ ਬੰਦ ਕਰਕੇ ਜਾਂ ਚੌਂਕੜੀਆਂ ਮਾਰ ਕੇ ਉਹਦਾ ਧਿਆਨ ਕਰੇ? ਜਿਹੜਾ ਵਸ ਗਿਆ ਯਾਦਾਂ ਦੇ ਵਿੱਚ, ਉਹ ਯਾਦਾਂ ਦੇ ਵਿੱਚ ਵਸਿਆ ਹੀ ਰਹੇਗਾ। ਇਸ ਕਰਕੇ ਉਸ ਦਾ ਧਿਆਨ ਲੱਗਾ ਹੀ ਰਹੇਗਾ। ਔਰ ਇਹੋ ਹੀ ਗਿਆਨ ਹੈ ਕਿ ਉਸ ਦੀ ਸ਼ਰਨ, ਤੁਮਰੀ ਸ਼ਰਨ ਤੁਮਹਾਰੀ ਆਸਾ। ਜਿਸ ਦੀ ਆਸ ਹੀ ਕਿਸੇ ਹੋਰ ਪਾਸ ਨਹੀਂ ਹੈ ਉਹੀ ਤੇਰੀ ਸ਼ਰਨ ਹੈ। ਕਿਉਂਕਿ ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨਹਾਰ ਦਿਆਲਾ। ਨਾਨਕ ਕਰਕੇ ਗੋਲੇ, ਮੈਂ ਤਾਂ ਤੇਰੇ ਘਰ ਦਾ ਗੁਲਾਮ ਹੋ ਗਿਆ। ਤੇ ਗੁਲਾਮ ਦੀ ਪਰਿਭਾਸ਼ਾ ਕੀ ਹੈ? ਇੱਕ ਬਾਜ਼ਾਰ ਦੇ ਵਿੱਚ ਇੱਕ ਗੁਲਾਮ ਵਿਕ ਗਿਆ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਗੁਲਾਮਾਂ ਨੂੰ ਮਨੁੱਖਾ ਰੂਪ ਦੇ ਵਿੱਚ ਘਰ ਖਰੀਦ ਕੇ ਲੈ ਆਉਂਦੇ ਸਨ ਔਰ ਉਹਨਾਂ ਨੂੰ ਬੰਨ੍ਹ ਕੇ ਰੱਖਦੇ ਸਨ। ਆਪ ਇੰਗਲੈਂਡ ਦੀਆਂ ਵੀ ਪੁਰਾਣੀਆਂ ਅਖਬਾਰਾਂ ਫਰੋਲ ਕੇ ਦੇਖ ਲਓ, ਉਹਨਾਂ ਦੇ ਵਿੱਚ ਸੰਗਲਾਂ ਦੀਆਂ ਮਸ਼ਹੂਰੀਆਂ ਹੁੰਦੀਆਂ ਸਨ ਕਿ ਗੁਲਾਮਾਂ ਨੂੰ ਬੰਨ੍ਹਣ ਦੇ ਲਈ ਮਜ਼ਬੂਤ ਸੰਗਲ ਸਾਡੇ ਪਾਸੋਂ ਲਓ। ਉਹ ਗੁਲਾਮ ਜਾਨਵਰ ਦੇ ਰੂਪ ਦੇ ਵਿੱਚ ਨਹੀਂ, ਇਨਸਾਨ ਦੇ ਰੂਪ ਦੇ। ਇਨਸਾਨਾਂ ਦੀਆਂ ਮੰਡੀਆਂ ਲੱਗਦੀਆਂ ਸਨ। ਤੂੰ ਇੱਕ ਅਮੀਰ ਵਿਅਕਤੀ ਇੱਕ ਗੁਲਾਮ ਨੂੰ ਖਰੀਦ ਕੇ ਲੈ ਆਇਆ ਔਰ ਉਸ ਨੂੰ ਕਹਿਣ ਲੱਗਾ, ਗੁਲਾਮ ਤੇਰਾ ਨਾਮ ਕੀ ਹੈ? ਕਹਿੰਦਾ, ਗੁਲਾਮ ਦਾ ਕੋਈ ਨਾਮ ਥੋੜ੍ਹੀ ਹੈ, ਜਿਸ ਨਾਮ ਦੇ ਨਾਲ ਪੁਕਾਰੋਗੇ ਮੈਂ ਚਲਿਆ ਆਵਾਂਗਾ, ਕਿਉਂਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਮਾਲਕ ਹੋ। ਅੱਛਾ ਗੁਲਾਮ, ਫਿਰ ਖਾਏਂਗਾ ਕੀ? ਗੁਲਾਮ ਦੀ ਕਾਦੀ ਇੱਛਾ, ਜੋ ਦੇਵੋਗੇ ਖਾ ਲਵਾਂਗਾ। ਮਾਲਕ ਹੋ ਤੁਸੀਂ, ਕੌੜਾ ਦਿਓਗੇ, ਮਿੱਠਾ ਦਿਓਗੇ,
ਜੋ ਵੀ ਦਿਓਗੇ। ਸੋਏਗਾ ਕਿੱਥੇ? ਗੁਲਾਮ ਦੀ ਕੋਈ ਇੱਛਾ ਥੋੜੀ, ਜਿੱਥੇ ਸਵਾਓਗੇ, ਬਾਹਰ ਸਵਾਓਗੇ, ਥੱਲੇ ਸਵਾਓਗੇ, ਉੱਤੇ ਸਵਾਓਗੇ, ਬਿਸਤਰੇ ਤੇ ਸਵਾਓਗੇ, ਜ਼ਮੀਨ ਤੇ ਸਵਾਓਗੇ, ਜਿੱਥੇ ਸਵਾਓਗੇ। ਮੈਂ ਮਾਲਕ ਦੀ ਇੱਛਾ ਨੂੰ ਪ੍ਰਵਾਨ ਕਰਾਂਗਾ। ਗੁਲਾਮ ਪੀਏਗਾ ਕਿ ਜੋ ਦਿਓਗੇ, ਕਿਉਂਕਿ ਜੋ ਤੂੰ ਕਰਵਾਵੇਂਗਾ ਗੁਲਾਮ ਕੇਵਲ ਇਹ ਕਰੇਗਾ ਕਿਉਂਕਿ ਮੈਂ ਤੇਰੀ ਸ਼ਰਨ ਆ ਗਿਆ। ਇਹ ਤਾਂ ਗੱਲ ਇਨਸਾਨਾਂ ਦੀ ਹੈ। ਜਿਹੜਾ ਪ੍ਰਭੂ ਦੀ ਸ਼ਰਨ ਗਿਆ ਗੁਲਾਮ ਹੋ ਕੇ, ਤਾਂ ਪ੍ਰਭੂ ਉਸ ਪਾਸੋਂ ਕੀ ਫਿਰ ਉਸ ਨੂੰ ਸਬਰ ਨਹੀਂ ਬਖਸ਼ੇਗਾ? ਪ੍ਰਭੂ ਕੀ ਉਸ ਨੂੰ ਫਿਰ ਧਿਆਨ ਨਹੀਂ ਬਖਸ਼ੇਗਾ? ਪ੍ਰਭੂ ਕੀ ਉਸ ਨੂੰ ਫਿਰ ਗਿਆਨ ਨਹੀਂ ਬਖਸ਼ੇਗਾ? ਪ੍ਰਭੂ ਕੀ ਉਸ ਨੂੰ ਫਿਰ ਕਰਮ ਦੀ ਜਾਂਚ ਨਹੀਂ ਬਖਸ਼ੇਗਾ? ਸਭ ਕੁਝ ਉਸ ਨੂੰ ਪ੍ਰਭੂ ਦੇਵੇਗਾ। ਇਹ ਅਬ ਕੋਈ ਆਪਣੇ ਆਪ ਸੁੱਤੇ ਸਿੱਧ ਹੋ ਜਾਏਗਾ। ਇਹਦੇ ਲਈ ਕੋਈ PhD ਦੀ ਡਿਗਰੀ ਲੈਣ ਦੀ ਲੋੜ ਨਹੀਂ ਹੈ। ਇਹਦੇ ਲਈ ਕੋਈ ਦੁਨਿਆਵੀ ਡਿਗਰੀ ਕੰਮ ਨਹੀਂ ਆਏਗੀ। ਕੋਈ ਬੰਦਾ ਕਵੇ ਇੰਜੀਨੀਅਰ ਹੋ ਕੇ ਜਾਂ ਮੈਂ PhD ਕਰਕੇ ਪ੍ਰਵਾਨ ਹੋ ਜਾਵਾਂਗਾ ਜਾਂ ਮੈਂ ਡਾਕਟਰ ਬਣ ਕੇ ਪ੍ਰਵਾਨ, ਹਾਂ ਹੋ ਸਕਦਾ ਹੈ, ਲੇਕਿਨ ਉਸ ਦੇ ਨਾਲ ਉਸ ਦਾ ਆਪਣਾ ਕਰਮ ਵੱਖਰਾ ਹੈ। ਆਤਮਿਕ ਕਰਮ ਬਿਲਕੁਲ ਵੱਖਰਾ ਹੈ। ਇਹ ਸਰੀਰਕ ਕਰਮ ਤਾਂ ਹੋ ਸਕਦੇ ਨੇ। ਹੁਣ ਇੱਕ ਡਾਕਟਰ ਬਣ ਜਾਵੇ, ਉਸ ਦਾ ਸਰੀਰਕ ਕਰਮ ਹੈ ਕਿ ਮੈਂ ਮਰੀਜ਼ ਦੀ ਜਾਨ ਬਚਾਉਣੀ ਹੈ, ਲੇਕਿਨ ਉਹ ਜਾਨ ਬਚਾਏ ਸਿਰਫ ਉਸ ਦੀ ਜਿਹੜਾ ਅਮੀਰ ਹੈ, ਕਿਉਂਕਿ ਉਸ ਪਾਸੋਂ ਉਸ ਨੂੰ ਪੈਸਾ ਮਿਲਣਾ, ਜਾਂ ਜਾਨ ਬਚਾਏ ਉਸ ਦੀ ਜਿਹੜਾ ਰੰਗ ਦਾ ਗੋਰਾ ਹੈ, ਤਾਂ ਫਿਰ ਉਹ ਵੈਦ ਨਹੀਂ, ਡਾਕਟਰ ਨਹੀਂ ਹੈ। ਡਾਕਟਰ ਬਣ ਤਾਂ ਗਿਆ, ਲੇਕਿਨ ਜਿਸਮਾਨੀ ਤੌਰ ਪਰ ਧਰਮ ਉਸ ਦੀ ਪਕੜ ਵਿੱਚ ਨਹੀਂ ਹੈ। ਜੇ ਧਰਮੀ ਹੈ ਤਾਂ ਫਿਰ ਉਹ ਕੇਵਲ ਮਰੀਜ਼ ਦਾ ਮਰਜ਼, ਉਸ ਦਾ ਰੋਗ ਦੇਖੇਗਾ। ਰੋਗ ਕਿਸ ਜਿਸਮ ਨੂੰ ਲੱਗਿਆ, ਇਹ ਦੇਖਣਾ ਧਰਮੀ ਪੁਰਖ ਦਾ ਕੰਮ ਨਹੀਂ, ਜੇ ਧਰਮ ਸੁਭਾਵ ਦੇ ਵਿੱਚ ਸ਼ਾਮਲ ਹੋ ਗਿਆ। ਔਰ ਇਹੋ ਹੀ ਹੈ ਉਹ ਅਵਸਥਾ ਧਿਆਨ ਦੀ, ਜਿੱਥੇ ਹਰ ਇੱਕ ਦੇ ਵਿੱਚ ਰੱਬ ਨਜ਼ਰ ਆਵੇ। ਗਿਆਨ ਇਹੋ ਹੀ ਹੈ, ਲੇਕਿਨ ਗਿਆਨ ਧਰਮ ਦਾ ਧਿਆਨ ਨਾਲ ਜੋੜੇਗਾ। ਅਨਿਅਥਾ ਮਨੁੱਖ ਤਾਂ ਸੋਚੇਗਾ ਕਿ ਮੈਂ ਤਾਂ ਧਿਆਨ ਜੋੜਨ ਦੇ ਲਈ ਚੌਂਕੜੀ ਮਾਰ ਕੇ ਬੈਠਿਆ, ਅੱਖਾਂ ਬੰਦ ਕਰਕੇ ਬੈਠਿਆ, ਧਿਆਨ ਤਾਂ ਫਿਰ ਵੀ ਨਹੀਂ ਲੱਗਾ। ਲੱਗੇਗਾ ਵੀ ਨਹੀਂ। ਲੱਗੇਗਾ ਧਿਆਨ ਕਦੋਂ? ਜਦੋਂ ਧਿਆਨ ਯਾਦਾਂ ਵਿੱਚ ਜੁੜ ਜਾਏਗਾ। ਹਰ ਪਲ ਹਰ ਘੜੀ ਕੁਛ ਨਾ ਕੁਛ ਹੋਵੇ, ਕੋਈ ਖਬਰ ਆਵੇ ਦੁੱਖ ਦੀ ਜਾਂ ਸੁੱਖ ਦੀ, ਘਾਟੇ ਦੀ ਜਾਂ ਫਾਇਦੇ ਦੀ, ਨਫੇ ਦੀ ਜਾਂ ਨੁਕਸਾਨ ਦੀ। ਮਨ ਵਿੱਚ ਕੋਈ ਤ੍ਰਿਸ਼ਨਾ ਵਾਸਨਾ ਜਗੇ। ਧਿਆਨ ਹਰ ਵਕਤ ਜਗੀ ਹੋਈ ਵਾਸਨਾ ਨੂੰ, ਜਗੀ ਹੋਈ ਤ੍ਰਿਸ਼ਨਾ ਨੂੰ ਦਬਾ ਦੇਵੇਗਾ। ਆਏ ਹੋਏ ਸੁਨੇਹੇ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਦੇਵੇਗਾ, ਜਿਹਨੂੰ ਆਪਾਂ ਕਹਿੰਦੇ ਪਾਣਾ ਮੰਨਣ ਦਾ ਬਲ। ਇਹੋ ਹੀ ਪ੍ਰੈਕਟੀਕਲ ਹੈ ਧਰਮ ਦਾ, ਔਰ ਸਿੱਖ ਧਰਮ ਹੈ ਹੀ ਪ੍ਰੈਕਟੀਕਲ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹ ਨਾ ਨਿਰਮਲ ਕਰਨੀ। ਮੇਰੀ ਤਾਂ ਕਰਨੀ ਨਿਰਮਲ ਹੋ ਹੀ ਨਾ ਸਕੀ, ਕਿਉਂਕਿ ਮੈਂ ਗਿਆਨ ਹੀ ਨਹੀਂ ਜਾਣ ਸਕਿਆ। ਧਿਆਨ ਕਿਵੇਂ ਜਾਵਾਂਗਾ, ਕਰਮ ਕਿਵੇਂ ਜਾਵਾਂਗਾ, ਔਰ ਕਰਮ ਨਿਰਮਲ ਕਿਵੇਂ ਹੋਣਗੇ, ਮੈਨੂੰ ਤਾਂ ਸਮਝ ਨਹੀਂ ਲੱਗੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਅੱਗੇ ਦਰਖਾਸਤ ਕੀਤੀ ਹੈ ਕਿ ਮੈਨੂੰ ਸਤ ਸੰਗਤ ਦੇ ਅੰਚਲ ਭਾਵ ਸਾਧ ਸੰਗਤ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦਾ ਪੱਲਾ ਪਕੜਨ ਦੀ ਜਾਚ ਆ ਜਾਵੇ, ਕਿਉਂਕਿ ਉਹ ਸਾਧ ਸੰਗਤ ਦੇ ਵਿੱਚ ਹੈ, ਕਿਉਂਕਿ ਸਤ ਸੰਗਤ ਦੇ ਵਿੱਚ ਹੀ ਅਕਾਲ ਪੁਰਖ ਹੈ, ਜਿੱਥੇ ਇੱਕੋ ਹੀ ਨਾਮ ਦੀ ਵਿਖਿਆਨਤਾ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਅੰਚਲ ਪਕੜ ਲਿਆ ਤਾਂ ਇੱਕ ਕੂਪ ਅੰਧ, ਇਹ ਬਿਖਮ ਨਦੀ ਤਰ ਗਈ, ਅੰਨੇ ਕੂਪ ਤੋਂ ਬਾਹਰ ਨਿਕਲ ਗਿਆ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਵਿੱਚ ਤਰਨੀ। ਹੁਣ ਇੰਸਟਰਕਸ਼ਨਸ ਹੈ, ਕਿਉਂਕਿ ਜਿੱਥੇ ਸਤਿਗੁਰੂ ਨਾਨਕ ਦੇ ਨਾਮ ਦੀ ਵਰਤੋਂ ਹੈ, ਉਸ ਜਗ੍ਹਾ ਉੱਪਰ ਹਿਦਾਇਤ ਹੈ। ਹਿਦਾਇਤ ਕਨਕਲੂਜ਼ਨ ਹੈ ਕਿ ਇਹ ਗੱਲ ਕਰ ਲਈ ਤੂੰ ਹੁਣ ਕਰਨਾ ਕੀ ਹੈ। ਸੰਸਾਰ ਦੇ ਵਿੱਚ ਸੁਖ ਸੰਪਤ ਮਾਇਆ ਇਹ ਨਹੀਂ ਹੋਣਗੇ, ਐਸਾ ਨਹੀਂ ਹੈ। ਇਹ ਹੋਣਗੇ ਔਰ ਇਹ ਮਿੱਠੇ ਵੀ ਹੋਣਗੇ, ਮਿੱਠੇ ਲੱਗਣਗੇ ਵੀ। ਹੁਣ ਦੇਖਣਾ ਸਤਿਗੁਰ ਨੇ ਸਮਝਾਇਆ ਕੀ ਹੈ, ਪਾਤਸ਼ਾਹ ਦੀ ਇੰਸਟਰਕਸ਼ਨ ਕੀ ਹੈ। ਸਤਿਗੁਰ ਦੀ ਇੰਸਟਰਕਸ਼ਨ ਹੈ, ਇਹ ਨਹੀਂ ਮਨ ਮਹਿ ਧਰਣੀ। ਹਰ ਕੋਈ ਸੁਖੀ ਜੀਵਨ ਚਾਹੁੰਦਾ, ਕੋਈ ਐਸਾ ਹੈ ਜਿਹੜਾ ਸੁਖੀ ਜੀਵਨ ਨਹੀਂ ਚਾਹੁੰਦਾ। ਯਤਨ ਬਹੁਤ ਸੁਖ ਕੋ ਕੀਏ। ਸੰਪਤੀ ਹੈ ਧਨ, ਪ੍ਰਾਪਰਟੀ, ਕੌਣ ਛੱਡਣਾ ਚਾਹੁੰਦਾ? ਮਾਇਆ। ਹੁਣ ਸਿੱਧਾ ਹੀ ਸਤਿਗੁਰ ਨੇ ਸਵਾਲ ਕਰ ਦਿੱਤਾ, ਮੈਮਨ। ਇਹ ਸੁਖ ਸੰਪਤ ਮਾਇਆ ਦਾ ਹੀ ਰੂਪ ਨੇ, ਮਾਇਆ ਕਰੰਸੀ ਨਹੀਂ ਹੈ। ਇਹ ਸੁਖ ਸੁਵਿਧਾਵਾਂ ਮਾਇਆ ਦਾ ਹੀ ਰੂਪ ਹੈ, ਜਿੱਥੇ ਮਨੁੱਖ ਦੀ ਤ੍ਰਿਸ਼ਨਾ ਨਾ ਮਿਟੇ, ਜਿੱਥੇ ਮੋਹ ਉਪਜੇ। ਮਾਇਆ ਅਸਲ ਦੇ ਵਿੱਚ ਇੱਕ ਅਗਿਆਨਤਾ ਹੈ। ਮਾਇਆ ਅਸਲ ਦੇ ਵਿੱਚ ਇੱਕ ਭਰਮ ਉਪਜਾਉਣ ਵਾਲੀ ਸ਼ਕਤੀ ਹੈ। ਮਾਇਆ ਹੀ ਭਰਮ ਪੈਦਾ ਕਰਦੀ ਹੈ ਨਾ। ਆ ਮੇਰੀ ਇੰਨੀ ਪ੍ਰਾਪਰਟੀ ਬਣ ਗਈ, ਉਹ ਫਿਰ ਫੁੱਲ ਕੇ ਕੁੱਪਾ ਹੋ ਜਾਂਦਾ। ਮੈਂ ਤੇ ਇੰਨੀਆਂ ਪ੍ਰਾਪਰਟੀਆਂ ਦਾ ਮਾਲਕ। ਉਹ ਮਾਇਆ ਮਨੁੱਖ ਨੂੰ ਹਉਮੈ ਦੇ ਵਿੱਚ ਪ੍ਰਵੇਸ਼ ਕਰਵਾ ਦਿੰਦੀ ਹੈ। ਇੰਨਾ ਅਮੀਰ ਹੋ ਗਿਆ, ਇੰਨਾ ਮੇਰਾ ਕੁਟੁੰਬ ਹੋ ਗਿਆ। ਸਤਿਗੁਰ ਕਹਿੰਦੇ ਨੇ ਇਹ ਰਸ ਮਿੱਠੇ ਨੇ, ਮਿੱਠੇ ਨੇ।
ਔਰ ਇਹਨਾਂ ਵਿੱਚ ਹੀ ਤੂੰ ਰਹਿਣਾ ਹੈ। ਇਹ ਨਹੀਂ ਮਨ ਮੈਂ ਧਰਨੀ, ਪਰ ਇਸ ਨੂੰ ਮਨ ਕਰਕੇ ਨਹੀਂ ਅਪਣਾਉਣਾ। ਹੁਣ ਕੋਈ ਗੁਰਸਿੱਖ ਘਰ ਬਣਾ ਲਵੇ ਤੇ ਲੋਕੀ ਕਹਿਣ ਲੈ ਵੀ ਵੱਡਾ ਗੁਰਸਿੱਖ ਬਣਿਆ ਫਿਰਦਾ। ਇਹ ਸਤਿਗੁਰੂ ਨੂੰ ਵੀ ਕਿਹਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਮੌਲਾ ਬਖਸ਼ ਨਾਮ ਦੇ ਇੱਕ ਮੌਲਵੀ ਨੇ ਆ ਕੇ ਕਿਹਾ ਸੀ, ਪਰ ਸਤਿਗੁਰੂ ਨੇ ਉਹਨੂੰ ਗੱਲ ਪੂਰੀ ਸਮਝਾ ਦਿੱਤੀ ਸੀ। ਕਿਆ ਕੀ ਫਾਇਦਾ ਜੀ, ਇੰਨੇ ਕਿਲੇ, ਇੰਨੇ ਮੰਦਰ, ਏਡੇ ਵੱਡੇ ਵੱਡੇ ਭਵਨ ਉਸਾਰ ਰਹੇ ਹੋ, ਤੁਸੀਂ ਤਾਂ ਫਕੀਰ ਹੋ। ਹੁਣ ਕੋਈ ਸਿੱਖ ਨੂੰ ਕਹੇ ਤੂੰ ਘਰ ਹੀ ਕਿਉਂ ਬਣਾ ਰਿਹਾ? ਸਭ ਕੁਛ ਹੋਏਗਾ ਸਿੱਖ ਦੇ ਕੋਲ, ਘਰ ਵੀ, ਕੁਟੁੰਬ ਵੀ, ਪ੍ਰਾਪਰਟੀ ਵੀ, ਸਭ ਕੁਛ, ਲੇਕਿਨ ਤਨ ਕਰਕੇ, ਮਨ ਕਰਕੇ ਨਹੀਂ। ਮਨ ਮੇ ਇਹ ਨਹੀਂ ਧਰਨੀ, ਮਨ ਦੇ ਵਿੱਚ ਇੱਕ ਧਿਆਨ ਅਕਾਲ ਪੁਰਖ ਦਾ, ਤਾਂ ਕਿ ਇਹਨਾਂ ਦੇ ਨਾਲ, ਇਹਨਾਂ ਦੇ ਹੁੰਦਿਆਂ ਹੋਇਆਂ ਮੋਹ ਨਾ ਉਪਜੇ। ਇਹੋ ਹੀ ਹੈ ਇਸ ਮਾਇਆ ਦੇ ਜਾਲ ਤੋਂ ਨਿਕਲਣ ਦਾ ਤਰੀਕਾ। ਇਹ ਸਭ ਕੁਛ ਹੋਵੇ ਪਰ ਇਹਨਾਂ ਦਾ ਮੋਹ ਨਾ ਹੋਵੇ। ਜਿਵੇਂ ਸਤਿਗੁਰ ਨੇ ਕਿਹਾ ਰਾਜ ਤੇਰੇ ਪਾਸ ਹੋਵੇ, ਰਾਜ ਦਾ ਮਦ ਨਾ ਹੋਵੇ। ਹੁਣ ਰਾਜ ਨਾ ਹੋਵੇ ਐਸਾ ਤਾਂ ਸਿੱਖ ਲਈ ਨਹੀਂ ਕਿਹਾ ਗਿਆ ਕਿ ਸਿੱਖ ਪਹਾੜ ਤੇ ਚੜ੍ਹ ਕੇ ਬੈਠ ਜਾਵੇ। ਰਾਜ ਕਰੇਗਾ ਮਦ ਤੋਂ ਬਗੈਰ, ਵਪਾਰ ਕਰੇਗਾ ਹਉਮੈ ਤੋਂ ਬਗੈਰ, ਸਭ ਕੁਝ ਕਰੇਗਾ, ਸਭ ਕੁਝ ਹੋਵੇਗਾ, ਲੇਕਿਨ ਇੱਕ ਹਉਮੈ ਨਹੀਂ ਹੋਵੇਗੀ। ਇਹ ਨਹੀਂ ਮਨ ਮੇ ਧਰਨੀ, ਮਨ ਵਿੱਚ ਨਹੀਂ ਧਰਨੀ। ਇਸ ਕਰਕੇ ਘਾਟਾ ਪੈ ਜਾਵੇ। ਹੁਣ ਜਿਨ੍ਹਾਂ ਨੂੰ ਘਾਟਾ ਪੈ ਜਾਂਦਾ ਉਹ ਮਨ ਨੂੰ ਲਾ, ਜੀ ਉਹਨਾਂ ਨੇ ਬੜਾ ਮਨ ਨੂੰ ਲਾ ਲਿਆ, ਘਾਟਾ ਪਿਆ ਸੀ। ਮਨ ਨੂੰ ਕਿਉਂ ਲਾ ਲਿਆ? ਕਿਉਂਕਿ ਉਹ ਮਨ ਵਿੱਚ ਧਰ ਬੈਠਾ ਜੀ ਮੇਰਾ ਵਪਾਰ ਹੈ, ਫਾਇਦਾ ਹੋ ਗਿਆ ਤੇ ਮਨ ਖੁਸ਼ ਹੋ ਗਿਆ ਜੀ, ਲੈ ਬੜਾ ਫਾਇਦਾ ਹੋਇਆ। ਸਤਿਗੁਰ ਕਹਿੰਦੇ ਇਹ ਮਨ ਵਿੱਚ ਨਹੀਂ ਧਰਨੀ। ਇਸ ਕਰਕੇ ਜੇ ਨੁਕਸਾਨ ਹੋਏਗਾ, ਨਫਾ ਹੋਏਗਾ, ਇੱਕ ਸਾਰ ਤੇਰੀ ਅਵਸਥਾ ਬਣੀ ਰਹੇਗੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਪਰਣੀ। ਗੱਲ ਸਪਸ਼ਟ ਹੋ ਗਈ। ਅਕਾਲ ਪੁਰਖ ਦੇ ਦਰਸ਼ਨ ਦੇ ਨਾਲ ਹੀ ਸੰਤੋਖ ਹੈ, ਨਾਮ ਦਾ ਪਿਆਰ ਹੀ ਧਿਆਨ ਹੈ, ਔਰ ਇਹੋ ਹੀ ਧਰਨੀ ਜਿਹਨੂੰ ਆਪਾਂ ਔਰਨਾਮੈਂਟੇਸ਼ਨ ਕਿਹਾ ਸੀ, ਗਹਿਣਾ, ਇਹੀ ਤੇਰਾ ਗਹਿਣਾ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਅੰਤਰੀ ਭਾਵ ਬੜੇ ਡੂੰਘੇ ਹੋ ਜਾਂਦੇ ਨੇ, ਔਰ ਹੋਈਆਂ ਗਲਤੀਆਂ ਦੀ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਆਪ ਤੋਂ ਖਿਮਾ ਮੰਗਦਾ ਜੀ। ਗਲਤੀਆਂ ਨਹੀਂ ਚਿਤਾਰਨੀਆਂ, ਔਰ ਸਤਿਗੁਰਾਂ ਅੱਗੇ ਅਰਦਾਸ ਕਰਨੀ ਕਿ ਆਪ ਜੀ ਦੇ ਦਾਸ ਨੂੰ ਸਤਿਗੁਰ ਮਤ ਸਮਤ ਬਖਸ਼ਣ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਆਪ ਸੁਣ ਰਹੇ ਹੋ ਚੜ੍ਹਦੀ ਕਲਾ ਦਾ ਪ੍ਰੋਗਰਾਮ ਆਪਣੇ ਦਾਸ ਗੁਰਦੀਪ ਸਿੰਘ ਦੇ ਨਾਲ। ਚੜ੍ਹਦੀ ਕਲਾ ਦੇ ਦੂਸਰੇ ਦੌਰ ਦੇ ਵਿੱਚ ਆਪ ਜੀ ਦੇ ਦਾਸ ਵੱਲੋਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਅੱਜ ਦੇ ਇਤਿਹਾਸਕ ਦਿਹਾੜੇ ਫਰੋਲ ਲਈਏ ਜੀ, ਔਰ ਅੱਜ ਦੇ ਇਤਿਹਾਸਕ ਦਿਹਾੜੇ ਦੇ ਵਿੱਚ, ਕਿਉਂਕਿ ਅੱਜ 11 ਮਈ ਹੈ, 11 ਮਈ ਵਾਲੇ ਦਿਨ ਸਤਨਾਮ ਸਤਨਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਵਕਤ ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸਿੱਖ ਇੱਕ ਰਾਸ਼ਟਰ ਹਨ, ਸਿੱਖ ਇੱਕ ਕੌਮ ਹੈ। ਮਾਰਚ 1981 ਦੇ ਵਿੱਚ ਜਿਸ ਵਕਤ ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਨਾਮ ਹੇਠ ਆਪਣਾ ਇੱਕ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਸੀ, ਜੋ ਕਿ ਚੰਡੀਗੜ੍ਹ ਦੇ ਟੈਗੋਰ ਹਾਲ ਦੇ ਵਿੱਚ ਹੋਇਆ ਸੀ। ਇਸ ਦੇ ਵਿੱਚ ਉਸ ਦਿਨ ਕੁਝ ਸਿੱਖ ਵਿਦਵਾਨਾਂ ਨੇ ਵੀ ਸ਼ਿਰਕਤ ਕੀਤੀ ਸੀ, ਔਰ ਇਹਨਾਂ ਸਿੱਖ ਵਿਦਵਾਨਾਂ ਨੇ ਉਸ ਵਕਤ ਸਿੱਖ ਇੱਕ ਵੱਖਰੀ ਕੌਮ ਬਣਾਏ ਜਾਣ ਦੀ ਗੱਲ ਕਹੀ ਸੀ ਕਿ ਸਿੱਖਾਂ ਦਾ ਸਭ ਕੁਝ ਹੀ ਅਲੱਗ ਹੈ, ਇਹਨਾਂ ਦਾ ਨਿਸ਼ਾਨ ਅਲੱਗ ਹੈ, ਇਹਨਾਂ ਦਾ ਵਿਧਾਨ ਅਲੱਗ ਹੈ, ਇਹਨਾਂ ਦੀ ਰੀਤ, ਇਹਨਾਂ ਦੀਆਂ ਰਸਮਾਂ, ਇਹਨਾਂ ਦਾ ਰੂਪ ਸਭ ਕੁਝ ਹੀ ਅਲੱਗ ਹੈ। ਪਰ ਇਸ ਨੂੰ ਭਾਰਤ ਦੀ ਸਰਕਾਰ ਇੱਕ ਕੌਮ ਵਜੋਂ ਮਾਨਤਾ ਕਿਉਂ ਨਹੀਂ ਦੇ ਰਹੀ? ਤਾਂ ਉਸ ਵਕਤ ਉੱਥੇ ਹਾਜ਼ਰ ਕੁਝ ਨੌਜਵਾਨਾਂ ਨੇ ਸਿੱਖ ਇੱਕ ਵੱਖਰੀ ਕੌਮ ਹੋਣ ਦੇ ਨਾਅਰੇ ਵੀ ਲਗਾਏ ਸਨ, ਔਰ ਸਿੱਖਾਂ ਨੂੰ UNO ਦੇ ਵਿੱਚ ਐਸੋਸੀਏਟ ਮੈਂਬਰਸ਼ਿਪ ਦਿੱਤੀ ਜਾਵੇ, ਇਸ ਗੱਲ ਦਾ ਮਤਾ ਪਾਸ ਕੀਤੇ ਜਾਣ ਉੱਪਰ ਵੀ ਜ਼ੋਰ ਦਿੱਤਾ ਗਿਆ ਸੀ। ਆਖਰ ਇਸ ਗੱਲ ਦੇ ਮੱਦੇਨਜ਼ਰ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਐਕਸ਼ਨ ਲਿਆ, ਔਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇ ਦਿਨ ਭਾਵ 11 ਮਈ 1981 ਨੂੰ ਸਿੱਖ ਇੱਕ ਅਲੱਗ ਅਤੇ ਵੱਖਰੀ ਯਾਨੀ ਕਿ ਅਲੱਗਾ ਕੌਮ ਹਨ, ਇਸ ਦਾ ਮਤਾ ਪਾਸ ਕਰ ਦਿੱਤਾ ਗਿਆ। ਤੋ ਇਹ ਮਤਾ ਅੱਜ ਦੇ ਦਿਨ ਪਾਸ ਕੀਤਾ ਗਿਆ ਸੀ ਜੀ ਕਿ ਸਿੱਖ ਇੱਕ ਵੱਖਰੀ ਕੌਮ ਹਨ। ਲੇਕਿਨ ਇਹ ਮਤਾ ਧਰਿਆ ਦਾ ਧਰਿਆ ਰਹਿ ਗਿਆ। ਸਿੱਖਾਂ ਨੂੰ ਅੱਜ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਵੱਖਰੀ ਕੌਮ ਹੋਣ ਦਾ ਮਾਣ ਨਹੀਂ ਬਖਸ਼ਿਆ ਗਿਆ, ਮਾਣ ਨਹੀਂ ਦਿੱਤਾ ਗਿਆ। ਬੇਸ਼ੱਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਵੱਲੋਂ ਜਿੰਨੇ ਵੀ ਮਤੇ ਪਾਸ ਕੀਤੇ ਗਏ ਉਹਨਾਂ ਨੂੰ ਬਾਅਦ ਦੇ ਵਿੱਚ ਲਾਗੂ ਨਹੀਂ ਕਰਵਾਇਆ ਗਿਆ। ਹਾਂ, ਸਰਕਾਰ ਵੱਲੋਂ ਆਪਣੇ ਆਪ ਕੋਈ ਲਾਗੂ ਕਰਵਾ ਦਿੱਤਾ ਗਿਆ ਹੋਵੇ ਤਾਂ ਉਹ ਗੱਲ ਵੱਖਰੀ ਹੈ,
ਲੇਕਿਨ ਸਿੱਖ ਇਹਨਾਂ ਵੱਲੋਂ ਕੋਈ ਮੌਕਾ ਜਿਸ ਵਕਤ ਸੀ ਉਸ ਵਕਤ ਆਵਾਜ਼ ਬਿਲਕੁਲ ਹੀ ਨਹੀਂ ਚੁੱਕੀ ਗਈ, ਜਿਵੇਂ ਕਿ ਅਨੰਦਪੁਰ ਸਾਹਿਬ ਦਾ ਮਤਾ ਹੈ ਜਾਂ ਕੋਈ ਹੋਰ ਮਤੇ ਜਿਹੜੇ ਪਾਸ ਕੀਤੇ ਗਏ ਸਨ। ਤਾਂ ਸਿੱਖ ਇੱਕ ਵੱਖਰੀ ਕੌਮ ਹੈ, ਇਸ ਦਾ ਮਤਾ ਤਾਂ ਪਾਸ ਹੋਇਆ ਲੇਕਿਨ ਸੰਵਿਧਾਨ ਦੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ, ਯਾਨੀ ਕਿ ਸੰਵਿਧਾਨ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਸਿੱਖ ਅਜੇ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਨੇ, ਜਿਸ ਦੀ ਧਾਰਾ 25B ਹੈ। ਤੋ ਅੱਜ ਦੇ ਦਿਨ ਭਾਵ 11 ਮਈ ਵਾਲੇ ਦਿਨ ਜਿਹੜੇ ਬਾਕੀ ਦੇ ਹੋਰ ਇਤਿਹਾਸਿਕ ਦਿਹਾੜੇ ਨੇ ਉਹਨਾਂ ਦੇ ਮੁਤਾਬਕ 11 ਮਈ 1987 ਵਾਲੇ ਦਿਨ ਜਿਹੜੀ ਉਸ ਵਕਤ ਦੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਹੀ ਬਣੀ ਸੀ, ਕਿਉਂਕਿ ਬਰਨਾਲਾ ਹੁਣਾਂ ਨੇ ਬਾਦਲ ਹੁਣਾਂ ਤੋਂ ਅਲੱਗ ਹੋ ਕੇ ਆਪਣਾ ਅਲੱਗ ਸ਼੍ਰੋਮਣੀ ਅਕਾਲੀ ਦਲ ਬਣਾ ਰਿਹਾ ਸੀ, ਤਾਂ ਉਹਨਾਂ ਦੀ ਸਰਕਾਰ ਬਣੀ ਹੋਈ ਸੀ। ਭਾਰਤ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੇਂਦਰ ਤੋਂ ਇਹ ਹੁਕਮ ਜਾਰੀ ਕਰਕੇ ਅੱਜ ਦੇ ਦਿਨ ਭਾਵ 11 ਮਈ 1987 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਉਸ ਸਰਕਾਰ ਨੂੰ ਤੋੜ ਦਿੱਤਾ ਸੀ ਔਰ ਪੰਜਾਬ ਦੇ ਵਿੱਚ ਉਸ ਵਕਤ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ। ਇਸ ਵਜ਼ਾਰਤ ਜਿਹੜੀ ਕਿ ਅੱਜ ਟੁੱਟੀ ਸੀ 11 ਮਈ ਨੂੰ, 12 ਮਈ 1987 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਦੇ ਵਿੱਚ ਵਜ਼ੀਰ ਰਹਿ ਚੁੱਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੋ ਇਹ ਸਨ ਇਤਿਹਾਸਿਕ ਦਿਹਾੜੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਹੈ।